ਸਤਿ ਸ਼੍ਰੀ ਅਕਾਲ। ਪੰਜਾਬ ਟੁਡੇ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅਸੀਂ ਨਵੇਂ ਮਸਲਿਆਂ ਤੇ ਗੱਲ ਕਰਦੇ ਹਾਂ, ਨਵੇਂ ਮੁੱਦਿਆਂ ਤੇ ਗੱਲ ਕਰਦੇ ਹਾਂ ਤਾਂ ਜੋ ਸਰਕਾਰ ਦੀ ਜੋ ਕਾਰਗੁਜ਼ਾਰੀ ਹੈ ਉਸ ਨੂੰ ਵੇਖਿਆ ਜਾ ਸਕੇ, ਉਸ ਨੂੰ ਦੇਖਿਆ ਜਾ ਸਕੇ। ਉਸ ਦੀ ਜੇਕਰ ਵਧੀਆ ਕੰਮ ਕੀਤਾ ਗਿਆ ਤਾਂ ਪ੍ਰਸ਼ੰਸਾ, ਜੇ ਕਿਤੇ ਨਾ ਕਿਤੇ ਲੋਕ ਹਿੱਤ ਦੇ ਵਿੱਚ ਕੰਮ ਨਹੀਂ ਕੀਤਾ ਗਿਆ ਤਾਂ ਨਿੰਦਾ ਕੀਤੀ ਜਾਂਦੀ ਹੈ। ਤੇ ਇਸ ਦੇ ਨਾਲ ਹੀ ਅਸੀਂ ਵਿਰੋਧੀ ਧਿਰ ਨੂੰ ਵੀ ਕਿਤੇ ਨਾ ਕਿਤੇ ਸਵਾਲ ਕਰਦੇ ਹਾਂ ਕਿ ਪਿਛਲੇ ਦੌਰ ਦੇ ਵਿੱਚ ਉਹਨਾਂ ਵੱਲੋਂ ਕੀ ਕੀਤਾ ਗਿਆ ਤੇ ਹੁਣ ਨਵੀਂ ਸਰਕਾਰ ਕੀ ਕਰ ਰਹੀ ਹੈ, ਕਿਉਂਕਿ ਵਿਰੋਧੀ ਧਿਰ ਦਾ ਸਿੱਧਾ ਰੋਲ ਹੁੰਦਾ ਹੈ ਸਰਕਾਰਾਂ ਨੂੰ ਜਗਾਈ ਰੱਖਣਾ, ਲੋਕ ਹਿੱਤਾਂ ਦੇ ਵਿੱਚ ਸਰਕਾਰਾਂ ਨੂੰ ਕੰਮ ਕਰਨ ਦੇ ਲਈ ਕਿਤੇ ਨਾ ਕਿਤੇ ਮਜਬੂਰ ਕਰਨਾ। ਤੇ ਇਸ ਬਾਬਤ ਸਾਡੇ ਨਾਲ ਵੱਖੋ-ਵੱਖ ਪਾਰਟੀਆਂ ਦੇ ਬੁਲਾਰੇ ਹਰ ਰੋਜ਼ ਦੀ ਤਰ੍ਹਾਂ ਜੁੜਦੇ ਨੇ। ਅੱਜ ਵੀ ਸਾਡੇ ਨਾਲ ਵੱਖੋ-ਵੱਖ ਪਾਰਟੀਆਂ ਦੇ ਬੁਲਾਰੇ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵੀ ਤੁਹਾਨੂੰ ਜਾਣੂ ਕਰਾਵਾਂਗੇ। ਸਭ ਤੋਂ ਪਹਿਲਾਂ ਪ੍ਰਭਜੋਤ ਧਾਲੀਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਸਵਾਗਤ ਹੈ। ਸੁਰਿੰਦਰ ਕਮਲ ਜੀ ਬੀਜੇਪੀ ਤੋਂ, ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਜਸਵਿੰਦਰ ਸੇਖੋਂ ਜੀ ਕਾਂਗਰਸ ਤੋਂ ਤੇ ਰਮਨ ਚਾਂਦੀ ਜੀ ਸੱਤਾ ਧਿਰ ਆਮ ਆਦਮੀ ਪਾਰਟੀ ਤੋਂ। ਤੇ ਸਾਡੇ ਨਾਲ ਅੱਜ ਇੱਕ ਸਪੈਸ਼ਲਿਸਟ ਡਾਕਟਰ ਗੁੰਜਨ ਚਹਿਗਲ ਜੁੜੇ ਨੇ, ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਤੇ ਇੱਕ ANM ਦੇ ਰਿਲੇਟਡ ਜੋ ਨਰਸਿੰਗ ਨੇ ਉਹਨਾਂ ਦੇ ਰਿਲੇਟਡ ਉਹਨਾਂ ਦੇ ਜੋ ਵੱਡੇ ਨੁਮਾਇੰਦੇ ਨੇ ਨਰਿੰਦਰ ਕੌਰ ਜੀ, ਉਹ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਖਾਸ ਕਰਕੇ ਮੈਂ ਸਭ ਤੋਂ ਪਹਿਲਾ ਸਵਾਲ ਸੱਤਾ ਧਿਰ ਨੂੰ ਲਵਾਂਗਾ, ਰਮਨ ਚਾਂਦੀ ਜੀ ਤੋਂ ਲਵਾਂਗਾ। ਚਾਂਦੀ ਸਾਹਿਬ, ਪੰਜਾਬ ਦੇ ਵਿੱਚ ਹੁਣ ਸਿਹਤ ਸੇਵਾਵਾਂ ਦਾ ਕੀ ਹਾਲ ਹੈ? ਜਦੋਂ ਤੁਸੀਂ ਚੋਣਾਂ ਦੇ ਵਿੱਚ ਸੀ, ਭਾਵੇਂ 2017 ਦੀ ਗੱਲ ਕਰਾਂ, ਭਾਵੇਂ ਮੈਂ ਗੱਲ ਕਰਾਂ 2022 ਦੀ, ਉਦੋਂ ਭਗਵੰਤ ਮਾਨ ਸਿੱਧੇ ਤੌਰ ਤੇ ਕਹਿੰਦੇ ਹੁੰਦੇ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਤਾਂ ਕਿਤੇ ਨਾ ਕਿਤੇ ਅਸੀਂ ਸਿਹਤ ਸੇਵਾਵਾਂ ਨੂੰ ਉਵੇਂ ਦਾ ਕਰ ਦੇਵਾਂਗੇ ਜਿਵੇਂ ਦਾ 1980 ਦੇ ਦਹਾਕੇ ਦੇ ਵਿੱਚ ਸੀ, ਕਿਉਂਕਿ 1980 ਦਾ ਦਹਾਕਾ ਉਹ ਦਹਾਕਾ ਹੈ ਜਦੋਂ ਪੰਜਾਬ ਨੂੰ ਜਿਹੜੀ ਸੇਵਾਵਾਂ ਨੇ, ਸਿਹਤ ਸਹੂਲਤਾਂ ਨੇ, ਉਹਨਾਂ ਨੂੰ ਨੰਬਰ 1 ਤੇ ਮੰਨਿਆ ਗਿਆ ਸੀ। ਪਰੰਤੂ ਅੱਜ ਦਾ ਦੌਰ ਕਿਵੇਂ ਵੇਖਦੇ ਹੋ? ਕਿ ਤੁਹਾਡੀ ਸਰਕਾਰ ਵੱਲੋਂ ਕੁਝ ਕਾਰਗੁਜ਼ਾਰੀ ਕੀਤੀ ਗਈ ਹੈ ਜਾਂ ਜਿਵੇਂ ਧਰਨੇ ਮੁਜ਼ਾਹਰੇ ਲਗਾਤਾਰ ਜਾਰੀ ਨੇ ਉਹ ਅੱਗੇ ਵੀ ਜਾਰੀ ਰਹਿਣਗੇ? ਜੀ ਰਮਨ ਚਾਂਦੀ ਜੀ। ਦੇਖੋ ਚਰਨਜੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਦੋਂ ਵੀ ਕੋਈ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨਵੀਂ ਸਰਕਾਰ ਆਪਣੀ ਕਾਰਗੁਜ਼ਾਰੀ ਦਿਖਾਉਂਦੀ ਹੈ ਤਾਂ ਇਹ ਜ਼ਰੂਰੀ ਹੋ ਜਾਂਦਾ ਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਰਵਾਇਤੀ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਹਰ ਡਿਬੇਟ ਦੇ ਵਿੱਚ ਇਹ ਕਹਿੰਦੇ ਸੁਣੇ ਗਏ ਨੇ ਕਿ ਤੁਸੀਂ ਪਿਛਲੀਆਂ ਗੱਲਾਂ ਛੱਡੋ, ਅਸੀਂ ਜੇ ਕੁਝ ਨਹੀਂ ਕੀਤਾ ਤਾਂ ਸਾਨੂੰ ਲੋਕਾਂ ਨੇ ਨਕਾਰਿਆ। ਲੇਕਿਨ ਐਜ਼ ਏ ਕੰਪੈਰੀਜ਼ਨ ਉਹਨਾਂ ਬਾਰੇ ਜ਼ਰੂਰ ਦੱਸਣਾ ਪੈਂਦਾ ਕਿ ਤੁਸੀਂ ਕੀ ਕੁਝ ਕਰਕੇ ਗਏ ਹੋ, ਕੀ ਤੁਹਾਡੀਆਂ ਕਮੀਆਂ ਸੀ, ਔਰ ਸਾਡੀ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ, ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਕੀ ਕੁਝ ਕਰ ਰਹੀ ਹੈ। ਸਭ ਤੋਂ ਪਹਿਲਾਂ ਤਾਂ ਦੇਖੋ, ਮੈਡੀਕਲ ਲਾਈਨ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲ ਨੇ, ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਉਹਨਾਂ ਦੀ ਜਿਹੜੀ ਡਿਊਟੀ ਹੈ ਉਹਨੂੰ ਯਕੀਨੀ ਬਣਾਇਆ ਕਿ ਡਿਊਟੀ ਐਟ ਦੀ ਸਪੋਟ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਨੇ ਉਹ ਸਹੀ ਔਰ ਸੁਚੱਜੇ ਢੰਗ ਨਾਲ ਮਿਲ ਸਕਣ। ਦੂਸਰੀ ਗੱਲ ਆ ਗਈ ਦਵਾਈਆਂ ਦੀ, ਕਿਉਂਕਿ ਦਵਾਈਆਂ ਨੇ ਜਿਹੜੀਆਂ ਦਵਾਈਆਂ ਦੇ ਸਿਰ ਤੇ ਜਿਹੜਾ ਸਾਡਾ ਪੰਜਾਬ ਦਾ ਗਰੀਬ ਤਬਕੇ ਦਾ ਜਿਹੜਾ ਮਰੀਜ਼ ਹੈ, ਕਿਉਂਕਿ ਡਾਕਟਰ ਜ਼ਿਆਦਾਤਰ ਦਵਾਈਆਂ ਪਹਿਲਾਂ ਬਾਹਰ ਲਿਖ ਦਿੰਦੇ ਸੀ, ਟੈਸਟ ਬਾਹਰ ਲਿਖ ਦਿੰਦੇ ਸੀ। ਇਹਦੇ ਕਾਰਨ ਕਈ ਨੇ। ਹੁਣ ਪਹਿਲਾ ਕਾਰਨ ਤਾਂ ਇਹ ਆ ਜਾਂਦਾ, ਮੰਨ ਲਓ ਅੱਜ ਪੰਜਾਬ ਸਰਕਾਰ 5 ਕਰੋੜ ਰੁਪਏ ਦਾ ਡਿਸਟ੍ਰਿਕਟ, ਫੋਰ ਐਗਜ਼ਾਮਪਲ ਹੈ ਗੱਲ, ਡਿਸਟ੍ਰਿਕਟ ਲੁਧਿਆਣੇ ਦਾ ਦਵਾਈਆਂ ਦਾ ਟੈਂਡਰ ਲਗਾਉਂਦੀ ਹੈ। ਸਾਡੇ ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਗੱਲ ਹੈ, ਪੰਜਾਬ ਦੇ ਬਜਟ ਨੂੰ ਲੁੱਟਣ ਲਈ ਇਹ ਰਵਾਇਤੀ ਪਾਰਟੀਆਂ ਕੀ ਕਰਦੀਆਂ ਸੀ, ਠੇਕੇਦਾਰੀ ਸਿਸਟਮ ਹੈ ਜਿਹੜਾ, ਠੇਕੇਦਾਰ ਇੱਕ ਸਿੰਡੀਕੇਟ ਬਣਾਈ ਬੈਠੇ ਨੇ ਹਰ ਇੱਕ ਡਿਪਾਰਟਮੈਂਟ ਦੇ ਵਿੱਚ, ਕੱਲਾ ਮੈਡੀਕਲ ਨਹੀਂ, ਹਰ ਇੱਕ ਡਿਪਾਰਟਮੈਂਟ 'ਚ ਇੱਕ ਸਿੰਡੀਕੇਟ ਬਣਿਆ ਹੋਇਆ ਠੇਕੇਦਾਰਾਂ ਦਾ। ਵੱਡੇ ਠੇਕੇ, ਐਗਜ਼ਾਮਪਲ ਤੁਸੀਂ ਐਕਸਾਈਜ਼ ਦੀ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨਾ ਰੌਲਾ ਪੈ ਰਿਹਾ ਹੈ। ਇਹ ਸਾਰਾ ਕੁਝ ਸਿੰਡੀਕੇਟ ਹੈ। ਇਹ ਨਹੀਂ ਚਾਹੁੰਦੇ ਕਿ ਜੀ ਰਮਨ ਚਾਂਦੀ ਜੀ ਦਾ ਕਿਸੇ ਤਕਨੀਕੀ ਕਾਰਨ ਕਰਕੇ ਜੋੜਨੀ ਜੀ ਨਹੀਂ ਆ ਗਈ ਬਾਤ ਸਰ। ਸੋ ਮੇਰਾ ਕਹਿਣ ਦਾ ਮਤਲਬ ਹੈ ਇਹ ਠੇਕੇਦਾਰੇ ਲੁੱਟ ਕੇ ਲੈ ਜਾਂਦੇ ਸੀ, ਜ਼ਿਆਦਾਤਰ ਅਫਸਰਾਂ ਤੱਕ ਹਿੱਸੇਦਾਰੀ ਪਹੁੰਚਾਉਣਾ। ਉੱਥੇ ਮੌਕੇ ਤੇ ਹਸਪਤਾਲ ਦੇ ਵਿੱਚ ਮੇਰੇ ਹਿਸਾਬ ਨਾਲ 25% ਤੱਕ ਦਵਾਈਆਂ ਦੀ ਜਿਹੜੀ ਕੀਮਤ ਦੀਆਂ ਦਵਾਈਆਂ ਜਾਂਦੀਆਂ ਸੀ, ਤਾਂ 25% ਲੋਕਾਂ ਤੱਕ ਪਹੁੰਚ ਦਵਾਈਆਂ ਦੀ ਹੋਣੀ ਬਹੁਤ ਵੱਡਾ ਸਾਡੇ ਪੰਜਾਬ ਦੇ ਲੋਕਾਂ ਦਾ ਇੱਕ ਘਾਣ ਹੈ। ਇਸ ਚੀਜ਼ ਨੂੰ ਵੀ ਸੁਚੱਜੇ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਨਵੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ, ਕੁਝ ਲੈ ਕੇ ਆ ਗਈ ਹੈ। ਬਜਟ ਆ ਰਿਹਾ 27 ਤਰੀਕ ਨੂੰ, ਤੇ ਸਾਰਾ ਕੁਝ ਤੁਹਾਨੂੰ ਕਲੀਅਰ ਹੋ ਜਾਣਾ ਉਸ ਦੇ ਵਿੱਚ। ਕਿੰਨਾ ਬਜਟ ਰੱਖ ਰਹੇ ਹੋ ਰਮਨ ਚਾਂਦੀ ਜੀ? ਬਜਟ ਕਿੰਨਾ ਰੱਖ ਰਹੇ ਹੋ ਇਸ ਵਾਰ? ਇੱਕ ਗੱਲ ਤੁਹਾਨੂੰ ਟੋਕੂਗਾ ਚਰਨਜੀਤ ਜੀ, ਇੱਕ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਕਲਾਸ 4 ਤੋਂ ਲੈ ਕੇ ਜੀ ਰਮਨ ਚਾਂਦੀ ਜੀ, ਤਕਨੀਕੀ ਕਾਰਨ ਹੋਣ ਕਰਕੇ ਸਾਡੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਆਡੀਓ ਬ੍ਰੇਕ ਹੋ ਰਹੀ ਹੈ।
ਤੇ ਮੈਂ ਸਿੱਧਾ ਨਰਿੰਦਰ ਕੌਰ ਜੀ ਕੋਲ ਜਾਵਾਂਗਾ। ਨਰਿੰਦਰ ਕੌਰ ਜੀ, ਜਿਵੇਂ ਰਮਨ ਚਾਂਦੀ ਜੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਨਵੀਂ ਪਾਲਿਸੀਆਂ ਲੈ ਕੇ ਆ ਰਹੇ ਹਾਂ, ਕਿੰਨਾ ਕੁਝ ਤਰਕ ਲੱਗ ਰਿਹਾ ਪਿਛਲੀ ਸਰਕਾਰਾਂ ਦੇ ਨਾਲ ਤੇ ਇਸ ਸਰਕਾਰ ਦੇ ਨਾਲ, ਕਿੰਨਾ ਕੁਝ ਤਰਕ ਲੱਗ ਰਿਹਾ, ਕਿਵੇਂ ਦਾ ਵੇਖ ਰਹੇ ਹੋ ਸਾਰਾ? ਸਰ ਕੁਛ ਵੀ ਨਹੀਂ ਆ। ਜੇ ਆਪਾਂ ਸੋਚੀਏ ਵੀ ਸਾਨੂੰ ਇਹ ਲੱਗਦਾ ਸੀ ਵੀ 10 ਸਾਲ ਬਾਦਲ ਸਰਕਾਰ ਰਹੀ ਆ, ਉਹਨੇ ਕੁਛ ਨਹੀਂ ਕੀਤਾਗਾ। ਮੇਨ ਗੱਲ ਤਾਂ ਕੱਚੇ ਮੁਲਾਜ਼ਮਾਂ ਤੋਂ ਸੀ ਕਿ ਭਗਵੰਤ ਮਾਨ ਜੀ ਨੂੰ ਇਸੇ ਕਰਕੇ ਲਿਆਂਦਾ ਸੀ ਵੀ ਕਹਿੰਦੇ ਸੀ ਹਰਾ ਪੈਨ ਮੇਰਾ ਚੱਲੂਗਾ, ਮੇਰਾ ਚੱਲੂਗਾ। ਪਰ ਅੱਜ ਉਹ ਭਗਵੰਤ ਮਾਨ ਜੀ ਦੇ ਮੈਨੂੰ ਲੱਗਦਾ 3-4 ਮਹੀਨੇ 6 ਮਹੀਨਿਆਂ ਦੇ ਤਕਰੀਬਨ ਲੰਘ ਚੁੱਕੇ ਆ, ਕੋਈ ਵੀ ਉਹ ਮੁਲਾਜ਼ਮਾਂ ਮੰਨੀ ਨਹੀਂ ਦੇਖ ਰਹੇ। ਬਾਅਦ ਚ ਕਾਂਗਰਸ ਪਾਰਟੀ ਨੇ ਵੀ ਕੁਛ ਨਹੀਂ ਕੀਤਾ 5 ਸਾਲ ਕੰਟਰੈਕਟ ਮੁਲਾਜ਼ਮਾਂ ਲਈ। ਅਸੀਂ ਇੰਨੇ ਧਰਨੇ, ਇੰਨੀਆਂ ਰੈਲੀਆਂ, ਤੁਹਾਨੂੰ ਪਤਾ ਹੀ ਆ ਵੀ ਉਸ ਕਾਂਗਰਸ ਸਰਕਾਰ ਦਾ, ਅਕਾਲੀ ਸਰਕਾਰ ਦਾ 10 ਸਾਲ ਗਈ ਆ, ਉਹਨੇ ਕੀ ਮੁਲਾਜ਼ਮਾਂ ਨਾਲ ਹਸ਼ਰ ਕੀਤਾ ਤੇ ਜਿਹੜੀ ਕਾਂਗਰਸ ਗਈ ਆ ਉਹਨੇ ਵੀ ਕੀ ਕੀਤਾ। ਤੇ ਉਹੋ ਜੀ ਇਹ ਆ ਆਮ ਆਦਮੀ ਪਾਰਟੀ, ਇਹਦੇ ਤੇ ਬਹੁਤ ਉਮੀਦਾਂ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪਹਿਲਾਂ ਇਹ ਪੱਕੇ ਕਰਨਗੇ, ਹੋਰ ਕੋਈ ਹੋਰ। ਇਹਨਾਂ ਨੇ 25,000 ਮੁਲਾਜ਼ਮ ਹੁਣ ਨਵੀਆਂ ਪੋਸਟਾਂ ਕੱਢਤੀਆਂ ਤੇ ਜਿਹੜੇ ਨਵੇਂ ਪੁਰਾਣੇ ਆ 15-15 ਸਾਲ ਤੋਂ ਸਿਰਫ 15-15 ਸਾਲ ਤੋਂ ਸਿਰਫ 10-10,000 7-7,000 8-8,000 ਤੇ ਜਿਹੜੇ ਬੈਠੇ ਆ ਸੀ ਉਹਨਾਂ ਦਾ ਕੁਝ ਵੀ ਨਹੀਂ। ਇਹ ਕਹਿੰਦੇ ਆ ਡਾਕਟਰ, ਅਸੀਂ ਇੰਨੇ ਡਾਕਟਰ ਲਾਤੇ। ਡਾਕਟਰਾਂ ਦੀ ਹੁੰਦੀ ਆ ਡਿਊਟੀ ਸਵੇਰ 8 ਤੋਂ ਦੁਪਹਿਰੇ 2 ਵਜੇ, 2 ਤੋਂ ਸ਼ਾਮ ਨੂੰ ਫਿਰ 8 ਵਜੇ ਤੱਕ। ਉੱਥੇ ਕੋਈ ਵੀ ਹਸਪੀਟਲਾਂ ਵਿੱਚ ਡਾਕਟਰ ਨਹੀਂ ਆ। ਸਾਰੇ ਹਸਪੀਟਲ, ਅੱਜ ਮੈਂ ਮੁਕਤਸਰ ਬੈਠੀ ਆ, ਤੁਸੀਂ ਮੁਕਤਸਰ ਦਾ ਰਾਉਂਡ ਕੱਢ ਲਓ, ਉਹਦੇ ਵਿੱਚ ਜੀ ਡਾਕਟਰ ਹੋਮ ਡਿਲੀਵਰੀ ਬਿਲਕੁਲ ਖਤਮ ਕੀਤੀ ਆ, ਜ਼ਿਆਦਾ ਹੋ ਰਹੀ। ਕੋਈ ਇਹਨਾਂ ਨੇ ਕੱਚੇ ਮੁਲਾਜ਼ਮਾਂ ਦਾ ਨਹੀਂ ਪ੍ਰਬੰਧ ਕੀਤਾ, ਛਾਪੇ ਜ਼ਰੂਰ ਮਾਰੇ ਆ ਜੀ ਇਹਨਾਂ ਨੇ। ਜੀ ਨਰਿੰਦਰ ਜੀ, ਪਰ ਇਹ ਦੇਖਣਾ ਹੋਵੇਗਾ ਕਿ ਕਿੰਨਾ ਤੁਹਾਡਾ ਜਿਹੜਾ ਡਿਪਾਰਟਮੈਂਟ ਹੈ, ਜਿਹੜੇ ANM ਦੀਆਂ ਜਿਹੜੀਆਂ ਨਰਸਸ ਨੇ ਜਿਨ੍ਹਾਂ ਨੇ ਕਰੋਨਾ ਦੇ ਦੌਰਾਨ ਵੀ ਕੰਮ ਕੀਤਾ ਸੀ, ਕਿ ਉਹਨਾਂ ਨੂੰ ਪੱਕੇ ਕਰਨ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਾਂ ਮਹਿਜ ਇੱਕ ਸਿਆਸੀ ਡਰਾਮੇਬਾਜ਼ੀ ਹੈ? ਸਰ ਕਰੋਨਾ ਕਾਲ ਦੇ ਵਿੱਚ ਸਿੱਧੂ ਜੀ ਕਹਿੰਦੇ ਵੀ ਮੇਰਾ ਸਾਥ ਦਿਓ। ਕਰੋਨਾ ਕਾਲ ਦੇ ਵਿੱਚ ਅਸੀਂ ਬਿਲਕੁਲ ਆਪਦੇ ਬੱਚੇ ਪਿੱਛੇ ਛੱਡ ਕੇ, ਆਪਦੀ ਘਰ ਦੀ ਫੈਮਿਲੀ ਪਿੱਛੇ ਛੱਡ ਕੇ ਇਹਨਾਂ ਦੇ ਰਾਤ ਦਿਨ ਕੰਮ ਕਰਦੇ ਸੀ, ਫਲੂ ਕੋਨਰਾਂ ਤੇ ਕੰਮ ਕਰਦੇ ਸੀ। ਫਿਰ ਇਹਨਾਂ ਦਾ ਟੀਕਾਕਰਨ ਜਿਹੜਾ ਵੀ ਆ COVID-19, ਉਹ ਅਸੀਂ ਟੀਕਾਕਰਨ ਕੀਤਾ, ਸਰਵੇ ਕੀਤਾ, ਕੋਵਿਡ ਕਿੱਟਾਂ ਵੰਡੀਆਂ, ਕੋਵਿਡ ਟੈਸਟ ਕੀਤੇ। ਪਰ ਇਹਨਾਂ ਨੇ ਸਾਨੂੰ ਕੋਈ ਹੈਲਥ ਡਿਪਾਰਟਮੈਂਟ ਨੂੰ ਕੋਈ ਬੈਨੀਫਿਟ ਨਹੀਂ ਦਿੱਤਾਗਾ। ਇਹਨਾਂ ਨੇ ਸਾਨੂੰ ਕੱਚੇ ਦੇ ਕੱਚੇ ਰੱਖਿਆ। ਇਹਨਾਂ ਨੇ ਲਾਰਾ ਲਾਇਆ ਸੀ ਬਲਵੀਰ ਸਿੱਧੂ ਜੀ ਨੇ ਵੀ ਮੇਰਾ ਸਾਥ ਦਿਓ। ਇਹਨਾਂ ਕੋਵਿਡ ਦੇ ਇੰਨਾ ਕੋਵਿਡ ਫੈਲਿਆ ਹੋਇਆ ਤੇ ਦੁਨੀਆ ਦੇ ਉੱਤੇ ਇੰਨੀ ਮਤਲਬ ਉਹ ਐਮਰਜੈਂਸੀ ਆਈ ਪਈ ਆ ਲੋਕਾਂ ਤੇ, ਪਰ ਤੁਸੀਂ ਸਾਡਾ ਸਾਥ ਦਿਓ, ਤੁਹਾਨੂੰ ਅਸੀਂ ਜਿਵੇਂ ਵੀ ਆਉਂਦੀ ਹੈ ਸਰਕਾਰ ਉਵੇਂ ਅਸੀਂ ਪੱਕਾ ਕਰਦੇ ਆ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਚੰਨੀ ਜੀ ਬਣ ਕੇ ਡਰਾਮੇਬਾਜ਼। ਚੰਨੀ ਜੀ ਨੇ ਕੀ ਕੀਤਾ ਸਾਡੇ ਨਾਲ? ਚੰਨੀ ਜੀ ਨੇ, ਅਸੀਂ ਇੰਨੇ ਕੱਥੂ ਨੰਗਲ ਬੈਠੇ ਰਹੇ ਜੀ ਮਹੀਨਾ, ਉਦੋਂ ਬਾਅਦ ਐਂਡ ਤੇ ਆ ਕੇ ਫਿਰ ਅਸੀਂ ਕੰਮ ਛੱਡਤਾ ਜੀ, ਕੱਥੂ ਨੰਗਲ ਬੈਠੇ ਰਹੇ। ਫਿਰ ਚੰਡੀਗੜ੍ਹ ਧਰਨਾ ਲਾਇਆ ਗਿਆ, ਚੰਗੀਆਂ ਪੜੀਆਂ ਮਹਿਕਮੇ ਕੋਲ ਪੋਸਟਾਂ ਖਾਲੀ ਪਈਆਂ। ਸੋਨੀ ਜੀ ਦਾ ਅੱਜ ਹਾਲ ਬੁਰਾ ਵੇਖੋ, ਅਸੀਂ ਸੋਨੀ ਜੀ ਦੇ ਬਾਹਰ 'ਚ ਬੈਠੇ ਰਹੇ 2 ਮਹੀਨੇ, ਕੱਥੂ ਨੰਗਲ ਬੈਠੇ ਰਹੇ। ਸਿੱਧੂ ਦੇ ਬਾਅਦ ਸਿੱਧੂ ਦਾ ਅੱਜ ਹਾਲ ਪਤਾ ਹੀ ਹੈ ਤੁਹਾਨੂੰ ਕੀ ਆ। ਇਹ ਇੱਕ ਮਤਲਬ ਵੀ ਜਿਹੜੀ ਬੇਰੁਜ਼ਗਾਰੀ ਆ, ਜਿਹੜੀ ਸਾਡੀ ਮੂੰਹ 'ਚੋਂ ਨਿਕਲਦੀਆਂ ਗਾਲਾਂ, ਜਾਂ ਅਸੀਂ ਕੋਈ ਇਹਨਾਂ ਨੂੰ ਕੁਛ ਤਾਂ ਮਤਲਬ ਉਹ। ਪਰੰਤੂ ਹੁਣ ਲੱਗਦਾ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਲੱਗਦਾ ਹੈ ਕਿ ਰਾਹਤ ਮਿਲੂਗੀ? ਸਰ ਸਾਨੂੰ ਨਹੀਂ ਲੱਗਦਾ ਜੀ। ਸਾਡੇ ਤਾਂ ਹੁਣ ਫਿਰ ਦਿਲ ਡਿੱਗੇ ਪਏ ਆ ਵੀ ਹੁਣ ਅਸੀਂ ਫਿਰ ਕੋਵਿਡ ਤਾਂ ਬਿਲਕੁਲ ਖਤਮ ਹੋ ਗਿਆ, ਹੁਣ ਟੀਕਾਕਰਨ ਫਿਰ 3rd ਡੋਜ਼ ਲਾਈ ਜੰਨੇ ਆ, ਸਾਰਾ ਦਿਨ ਕੰਮ ਨਹੀਂ ਮੁੱਕਦੇਗੇ। ਹੁਣ ਫਿਰ ਅਸੀਂ ਸੜਕਾਂ ਤੇ ਉਤਰਾਂਗੇ, ਥੋੜਾ ਜਿਹਾ ਇਹਨਾਂ ਨੂੰ ਸੈੱਟ ਹੋ ਲੈਣ ਦੋ। ਪਰ ਇਹਨਾਂ ਨੇ ਜਿਵੇਂ ਕਿਹਾ ਸੀ ਵੀ ਹਰਾ ਪੈਨ ਮੇਰਾ ਚੱਲੂਗਾ, ਉਹ ਬਿਲਕੁਲ ਵੀ ਸਾਨੂੰ ਲੱਗਦਾ ਵੀ ਇਹ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਇਸ ਪ੍ਰਤੀ, ਕੱਚੇ ਮੁਲਾਜ਼ਮਾਂ ਪ੍ਰਤੀ ਤਾਂ ਬਿਲਕੁਲ ਵੀ ਧਿਆਨ ਹੈ ਨਹੀਂਗਾ। ਨਵੀਆਂ ਪੋਸਟਾਂ ਇਹਨਾਂ ਨੇ ਜ਼ਰੂਰ ਕੱਢਤੀਆਂ, ਉਹ ਪਤਾ ਨਹੀਂ ਕਿ ਕਿਵੇਂ ਕੱਢਣਗੇ ਕਿਵੇਂ ਨਹੀਂ ਕੱਢਣਗੇ। ਕਿ ਜਵਾਬ ਲੈ ਲੈਣੇ ਆ। ਜਸਵਿੰਦਰ ਸੇਖੋਂ ਜੀ, ਮੈਂ ਕਾਂਗਰਸ ਤੋਂ ਨੇ, ਉਹਨਾਂ ਤੋਂ ਮੈਂ ਜਵਾਬ ਲੈਣਾ ਚਾਹੂੰਗਾ। ਸਿੱਧੇ ਤੌਰ ਤੇ ਨਰਿੰਦਰ ਜੀ ਨੇ ਤਾਂ ਤੁਹਾਡੇ ਤੇ ਇਲਜ਼ਾਮ ਲਗਾ ਦਿੱਤੇ ਕਿ ਭਾਵੇਂ ਬਲਬੀਰ ਸਿੱਧੂ ਸਨ, ਨਵਜੋਤ ਸਿੱਧੂ ਸਨ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ, ਸਭ ਨੇ ਲਾਰੇ ਹੀ ਲਾਏ ਆ, ਨਾ ਤਾਂ ਉਹਨਾਂ ਨੂੰ ਪੱਕਾ ਕੀਤਾ, ਉਹਨਾਂ ਨੂੰ ਹੁਣ ਵੀ ਉਮੀਦ ਨਹੀਂ। ਉਦੋਂ ਦਾ ਪ੍ਰੋਸੈਸ ਕੀ ਸੀ? ਸਰਕਾਰ ਦਾ ਬਜਟ ਕੀ ਸੀ ਕਿ ਸਰਕਾਰ ਉਦੋਂ ਇਹਨਾਂ ਨੂੰ ਪੱਕਾ ਕਿਉਂ ਨਹੀਂ ਕਰ ਪਾਈ? ਹਾਲਾਂਕਿ ਕਰੋਨਾ ਕਾਲ ਦੇ ਵਿੱਚ ਬਲਬੀਰ ਸਿੰਘ ਸਿੱਧੂ ਕਹਿੰਦੇ ਰਹੇ ਕਿ ਅਸੀਂ ਜਿਹੜੇ ANM ਨੇ ਜਿਨ੍ਹਾਂ ਦੇ ਡਿਊਟੀ ਹੈ ਨਿਭਾਈ ਹੈ ਕਰੋਨਾ ਕਾਲ 'ਚ, ਉਹਨਾਂ ਨੂੰ ਅਸੀਂ ਪੱਕਾ ਕਰਾਂਗੇ। ਦੇਖੋ ਜੀ, ਜਿਹੜਾ ਕਰੋਨਾ ਕਾਲ ਦੇ ਦੌਰਾਨ ਜਿੰਨੇ ਵਧੀਆ ਢੰਗ ਦੇ ਨਾਲ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੇ ਸਿਹਤ ਵਿਭਾਗ ਨੇ ਆਪਣੇ ਲੋਕਾਂ ਨੂੰ ਸੰਭਾਲਿਆ, ਔਰ ਮੈਂ ਨਾਲ ਸਾਡੀ ਭੈਣ ਜਿਹੜੇ ਬੈਠੇ ਆ ANM ਵਾਲੇ,
ਉਹਨਾਂ ਦੀ ਮੈਂ ਇਸ ਵੱਲੋਂ ਤਾਰੀਫ ਕਰਦਾ, ਜਿੰਨੇ ਕੱਚੇ ਮੁਲਾਜ਼ਮ ਸੀ ਉਹਨਾਂ ਨੇ ਵੀ ਦਿਨ ਰਾਤ ਕਰਕੇ ਕੰਮ ਕੀਤਾ ਹੈ। ਔਰ ਇਹ ਇੰਨੀ ਵਧੀਆ ਇਹਨਾਂ ਦੀ ਡਿਊਟੀ ਸੀ ਕਿ ਪੰਜਾਬ ਦੇ ਵਿੱਚ ਇਕੱਲੇ ਪੰਜਾਬ ਦੇ ਲੋਕਾਂ ਨੂੰ ਨਹੀਂ, ਗੁਆਂਢੀ ਸੂਬਿਆਂ ਦੇ ਲੋਕ ਵੀ ਪੰਜਾਬ ਚ ਆ ਕੇ ਉਸ ਵੇਲੇ, ਔਰ ਸਾਡੀ ਜਿਹੜੀ ਸਿਹਤ ਪ੍ਰਣਾਲੀ ਸੀ ਉਹਦੀ ਪ੍ਰਸ਼ੰਸਾ ਸੈਂਟਰ ਤੱਕ ਵੀ ਸਾਰਿਆਂ ਨੇ ਕੀਤੀ। ਪਰ ਉਸ ਤੋਂ ਬਾਅਦ ਕੀ ਹੋਇਆ, ਇਨ ਬਿਟਵੀਨ ਸਰਕਾਰ ਕ੍ਰਾਈਸਿਸ ਦੇ ਵਿੱਚ ਆ ਗਈ, ਕੈਪਟਨ ਸਾਹਿਬ ਹੋਰਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾ ਦਿੱਤਾ ਗਿਆ ਔਰ ਬਲਵੀਰ ਸਿੰਘ ਸਿੱਧੂ ਜੀ ਵੀ ਲੈ ਗਏ। ਸੋ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਬਣਾਈਆਂ ਸੀ ਉਹ ਧਰੀਆਂ ਦੀਆਂ ਧਰਾਈਆਂ ਰਹਿ ਗਈਆਂ। ਪਰ ਪਾਲਿਸੀ ਤਾਂ ਜਦੋਂ ਸਰਕਾਰ ਬਣਾਉਂਦੀ ਹੈ, ਪਾਲਿਸੀ ਬਿਊਰੋਕਰੇਟਸ ਬਣਾਉਂਦੇ ਨੇ, ਪਾਲਿਸੀ ਤਾਂ ਰਹਿੰਦੀ ਹੈ, ਪਾਲਿਸੀ ਤਾਂ ਕੋਈ ਮੰਤਰੀ ਬਣੇ ਵਿਧਾਇਕ ਬਣੇ, ਪਾਲਿਸੀ ਤਾਂ ਸਰਕਾਰ ਲਾਗੂ ਕਰਦੀ ਹੈ, ਫਿਰ ਉਹ ਪਾਲਿਸੀ ਕਿਉਂ ਨਹੀਂ ਲਾਗੂ ਕੀਤੀਆਂ ਗਈਆਂ? ਦੇਖੋ ਜੀ, ਇੱਥੇ ਐਂਕਰ ਵਾਲੀ ਸੀਟ ਤੇ ਜੋ ਦੂਸਰਾ ਬੰਦਾ ਹੋਊਗਾ ਉਹਦੇ ਦਿਮਾਗ 'ਚ ਹੋਰ ਗੱਲਾਂ ਹੋਣਗੀਆਂ। ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ, ਉਹਨਾਂ ਕੋਲ ਇੱਕ ਤਾਂ ਟਾਈਮ ਹੀ ਬੜਾ ਘੱਟ ਸੀ ਤੇ ਦੂਸਰਾ ਸਾਰੀ ਰਤੋ ਬਦਲੀ ਹੋ ਗਈ। ਉਹ ਰਤੋ ਬਦਲ ਹੋਣ ਦੇ ਨਾਲ ਇੱਕ ਵਾਰ ਸਾਰੀ ਜਦੋਂ ਰੀਸ਼ਫਲ ਹੁੰਦੀ ਹੈ ਉਹ ਟਾਈਮ ਘੱਟ ਹੁੰਦਾ, ਬਹੁਤ ਸਾਰੇ ਕੰਮ ਅਧੂਰੇ ਰਹਿ ਜਾਂਦੇ। ਸੋ ਮੈਂ ਇਹ ਸਮਝਦਾ ਕਿ ਇਹ ਕੰਮ ਵੀ ਅਧੂਰਾ ਰਹਿ ਗਿਆ ਜਿਹੜਾ ਕਿ ਹੋਣਾ ਚਾਹੀਦਾ ਸੀ, ਜਿਹੜਾ ਕਿ ਮੈਂ ਪਹਿਲਾਂ ਵੀ ਕਹਿੰਦਾ ਔਰ ਉਸ ਵੇਲੇ ਵੀ ਸਰਕਾਰ ਨੇ ਔਰ ਸਰਕਾਰ ਦੇ ਮੰਤਰੀਆਂ ਨੇ ਤਾਰੀਫ ਕੀਤੀ, ਜਿੰਨੇ ਕੱਚੇ ਮੁਲਾਜ਼ਮ ਸੀ ਸਿਹਤ ਵਿਭਾਗ ਦੇ ਖਾਸ ਕਰਕੇ, ਉਹਨਾਂ ਨੇ ਬਹੁਤ ਜ਼ਿਆਦਾ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਕੰਮ ਕੀਤਾ ਸੀ ਔਰ ਇਹਨਾਂ ਨੂੰ ਕੀਤਾ ਜਾਣਾ ਚਾਹੀਦਾ ਸੀ। ਪਰ ਮੈਂ ਕਹਿੰਦਾ ਇਹ ਰਹਿ ਗਿਆ, ਇਹ ਜ਼ਰੂਰ ਕਿਤੇ ਨਾ ਕਿਤੇ ਖਾਮੀ ਆਪਾਂ ਕਹਿ ਸਕਦੇ। ਠੀਕ ਹੈ, ਪ੍ਰਭਜੋਤ ਦੀ ਤੁਹਾਡਾ ਜਵਾਬ ਲੈ ਲੈਂਦੇ ਆ। ਤੁਹਾਡੇ ਤਾਂ ਮੁੱਖ ਮੰਤਰੀ ਰਹੇ ਨੇ ਜੋ ਸਾਬਕਾ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਫੋਰਟਿਸ ਦੇ ਵਿੱਚ ਭਰਤੀ ਹੋਣਾ ਪੈ ਗਿਆ। ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਡੇ ਦਾਅਵੇ ਤੇ ਵਾਅਦੇ ਕਰਦੇ ਸਨ ਕਿ ਅਸੀਂ 25 ਸਾਲ ਰਾਜ ਕਰਾਂਗੇ ਤੇ ਅਸੀਂ ਪੰਜਾਬ ਦਾ ਬਹੁਤ ਵੱਡਾ ਸੁਧਾਰ ਕੀਤਾ ਹਸਪੀਟਲਾਂ ਨੂੰ ਲੈ ਕੇ, ਤੇ ਤੁਹਾਡੇ ਮੁੱਖ ਮੰਤਰੀ ਕਦੇ ਅਮਰੀਕਾ ਹੁੰਦੇ ਨੇ, ਕਦੇ ਹੁਣ ਫੋਰਟਿਸ ਦੇ ਵਿੱਚ ਨੇ। ਕੀ ਹੈ ਪੰਜਾਬ ਦੀ ਸਿਹਤ ਕਿੱਥੇ ਖੜੀ ਹੈ? ਕੀ ਤੁਹਾਡੇ ਵੱਲੋਂ ਇਹ ਕੁਝ ਨਹੀਂ ਹੋ ਪਾਇਆ ਜਾਂ ਕਿਤੇ ਨਾ ਕਿਤੇ ਇਹਦੇ ਤੇ ਸਾਰਾ ਸਿਆਸੀ ਸਟੰਟ ਹੀ ਚੱਲਦਾ? ਜੇ ਮੈਂ ਥੋੜਾ ਪਿੱਛੇ ਜਾਵਾਂ ਤਾਂ 1980 ਦੇ ਦਹਾਕੇ ਦੇ ਵਿੱਚ 4400 ਪੋਸਟਾਂ ਸੀ ਡਾਕਟਰਸ ਦੀ ਜੋ ਪੂਰੀ ਤਰ੍ਹਾਂ ਦੇ ਨਾਲ ਭਰੀਆਂ ਹੋਈਆਂ ਸਨ, ਪਰੰਤੂ ਉਸ ਤੋਂ ਬਾਅਦ ਸੱਤਾ ਧਿਰ ਦੋ ਜਗ੍ਹਾ ਰਹੀ ਹੈ, ਜਾਂ ਕਾਂਗਰਸ ਦੀ ਰਹੀ ਹੈ ਜਾਂ ਫਿਰ ਅਕਾਲੀ ਦਲ ਦੀ ਰਹੀ ਹੈ। ਫਿਰ ਸਿਹਤ ਸੇਵਾਵਾਂ ਕਿਉਂ ਡਾਮਾਡੋਲ ਹੋ ਰਹੀਆਂ? ਦੇਖੋ ਚਰਨਜੀਤ ਸਿੰਘ ਜੀ, ਜਿੱਥੇ ਤੱਕ ਅਸੀਂ ਆਪਦੇ ਸਮੇਂ ਦੇ 10 ਸਾਲਾਂ ਦੀ ਗੱਲ ਕਰਦੇ ਹਾਂ, ਉਹਨਾਂ 10 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦਾ ਹੈਲਥ ਸਿਸਟਮ ਦਾ ਜਿਹੜਾ ਬਜਟ ਸੀਗਾ ਪੁਰਾਣੀਆਂ ਸਰਕਾਰਾਂ ਨਾਲੋਂ ਤੇ ਹੁਣ ਨਾਲੋਂ ਲਗਭਗ ਦੁੱਗਣਾ ਸੀ। ਅਸਾਮੀਆਂ ਜਿਹੜੀਆਂ ਭਰੀਆਂ ਗਈਆਂ ਲਗਭਗ ਦੁੱਗਣੀਆਂ ਤਿੱਗਣੀਆਂ ਭਰੀਆਂ ਗਈਆਂ। ਤੇ ਪੰਜਾਬ ਦੇ ਵਿੱਚ ਜੇ ਆਪਾਂ ਏਮਸ ਬਠਿੰਡੇ ਦੀ ਗੱਲ ਕਰ ਲਈ ਜਾਂ ਫਰੀਦਕੋਟ ਯੂਨੀਵਰਸਿਟੀ ਐਡੀ ਡਿਵੈਲਪ ਹੋਈ ਆ, ਫਰੀਦਕੋਟ ਕਾਲਜ ਡਿਵੈਲਪ ਹੋਇਆ, ਉਹ ਸਾਰਾ ਅਕਾਲੀ ਦਲ ਦੀ ਸਰਕਾਰ ਵੇਲੇ ਡਿਵੈਲਪ ਹੋਇਆ। ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦੀ ਜਿੱਥੇ ਤੱਕ ਹੋ ਸਕੇ, ਦੇਖੋ ਪੰਜਾਬ ਇੱਕ ਬਾਰਡਰ ਸੂਬਾ ਵਾ, ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਸੈਂਟਰ ਦੀ ਨੂੰ। ਕਿਤੇ ਨਾ ਕਿਤੇ ਸੈਂਟਰ ਵੱਲੋਂ ਜ਼ਰੂਰ ਪੰਜਾਬ ਨਾਲ ਮਤਰੇਈ ਮਾਰਗਾ ਸਲੂਕ ਕੀਤਾ ਗਿਆ ਹਮੇਸ਼ਾ, ਭਾਵੇਂ ਉਹ ਫੰਡਾਂ ਦੀ ਗੱਲ ਹੋਵੇ, ਭਾਵੇਂ ਕਿਸੇ ਵੀ। ਪਰ ਉਦੋਂ ਤਾਂ ਜੋ ਮਤਰੇਈ ਮਾਂ ਹੈ ਉਹ ਤੁਹਾਡੇ ਨਾਲ ਹੁੰਦੀ ਸੀ। ਬਿਲਕੁਲ, ਜੇ ਸਾਡੇ ਨਾਲ ਸੀ ਤਾਂ ਹੀ ਅਸੀਂ ਏਮਸ ਬਠਿੰਡਾ ਕੇ ਲੈ ਆਏ ਨਾ। ਜੇ ਨਾਲ ਨਹੀਂ ਹੁੰਦੀ, ਜੇ ਅਸੀਂ ਨਾ ਜ਼ੋਰ ਪਾ ਕੇ ਪੰਜਾਬ ਦੇ ਵਿੱਚ ਲੈ ਕੇ ਆਉਂਦੇ, ਕੋਈ ਵੀ ਐਮਪੀ ਲੈ ਕੇ ਜਾ ਸਕਦਾ ਸੀ। ਜੇ ਸਾਡੇ ਨਾਲ ਸੀ ਤਾਂ ਹੀ ਲੈ ਕੇ ਆਏ ਅਸੀਂ। ਤੇ ਜੇ ਆਪਾਂ ਅੱਜ ਦੀ ਗੱਲ ਕਰੀਏ ਸਿਹਤ ਸਹੂਲਤਾਂ ਦੇ ਨਾਮ ਦੇ ਉੱਤੇ, ਅੱਜ ਜੇ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਮੈਂ ਗੱਲ ਕਹੂੰਗਾ ਵੀ ਦੋ ਚੀਜ਼ਾਂ ਇਹਨਾਂ ਸਭ ਤੋਂ ਵੱਡੀਆਂ ਕਹੀਆਂ ਸੀਗੀਆਂ, ਇੱਕ ਐਜੂਕੇਸ਼ਨ, ਇੱਕ ਹੈਲਥ ਜੀ। ਤੇ ਹੈਲਥ ਮਿਨਿਸਟਰ ਦਿੱਲੀ ਦਾ ਤੇ ਹੈਲਥ ਮਿਨਿਸਟਰ ਪੰਜਾਬ ਦਾ ਦੋਨੇ ਜੇਲ੍ਹ 'ਚ ਬੈਠੇ ਆ। ਕੀ ਆਪਾਂ ਸਿਹਤ ਸਹੂਲਤਾਂ ਸੁਧਾਰ ਕਰਨਾ ਹੈ? ਦੱਸੋ ਮੈਨੂੰ। ਜਿਹੜੇ ਪਾਰਟੀ ਨੇ ਆਪਦੀ ਸਭ ਤੋਂ ਵੱਡੀ ਜਿਹੜੀ ਦੇਣ ਲੋਕਾਂ ਨੂੰ ਕਿ ਅਸੀਂ ਦੇਵਾਂਗੇ, ਉਹਦੇ ਮਿਨਿਸਟਰ ਨੂੰ, ਇੱਕ ਕਰਪਟ ਬੰਦੇ ਨੂੰ ਮਿਨਿਸਟਰ ਬਣਾਤਾ, ਉਸ ਤੋਂ ਆਪਾਂ ਕੀ ਆਸ ਕਰ ਸਕਦੇ ਹਾਂ? ਹਾਂ, ਜਦੋਂ ਸਰਕਾਰ ਬਣੀ ਹੈ, ਸਰਕਾਰ ਬਣਦੇ ਸਾਰ ਇਹਨਾਂ ਦੇ ਵਿਧਾਇਕਾਂ ਨੇ, ਇਹਨਾਂ ਦੇ ਮੇਨ ਜਿਹੜੇ ਲੀਡਰ ਹੁੰਦੇ ਹਲਕੇ ਦੇ, ਉਹਨਾਂ ਨੇ ਜ਼ਰੂਰ ਜਾ ਕੇ ਡਾਕਟਰਾਂ ਨੂੰ ਡਰਾਇਆ, ਡਾਕਟਰਾਂ ਦੇ ਸਰਾਣੇ ਜਾ ਕੇ ਵੀਡੀਓ ਬਣਾਈਆਂ ਨੇ, ਤੁਸੀਂ ਕਿੱਦਾਂ ਕੰਮ ਕਰ ਰਹੇ ਹੋ, ਕੀ ਕਰ ਰਹੇ ਹੋ, ਆਊਟ ਆਫ ਦਾ ਵੇ ਜਾ ਕੇ। ਹਾਲਾਂਕਿ ਜਦੋਂ ਆਪਾਂ ਕਿਸੇ ਡਾਕਟਰ ਦੇ ਕੈਬਿਨ 'ਚ ਜਾਂਦੇ ਆ ਜਾਂ ਕਿਸੇ ਹਸਪਤਾਲ ਜਾਂਦੇ ਆ, ਉੱਥੇ ਬੜੇ ਤਰ੍ਹਾਂ ਦੇ ਮਰੀਜ਼ ਹੁੰਦੇ, ਬੜੀਆਂ ਪ੍ਰੀਕਾਸ਼ਨਾਂ ਰੱਖਣੀਆਂ ਪੈਂਦੀਆਂ। ਉਹ ਸਾਰੀਆਂ ਚੀਜ਼ਾਂ ਨੂੰ ਇੱਕ ਕੁਰਸੀ ਦੇ ਨਸ਼ੇ ਜਾ ਕੇ ਬੜਾ ਡਰਾਇਆ। ਕਈ ਬੰਦੇ ਨੇ ਤਾਂ ਅਸਤੀਫਾ ਦਿੱਤਾ ਵੀ ਅਸੀਂ ਇਸ ਹਾਲਾਤ 'ਚ ਕੰਮ ਨਹੀਂ ਕਰ ਸਕਦੇ। ਇਹ ਜ਼ਰੂਰ ਹੋਇਆ, ਪਰ ਜੇ ਆਪਾਂ ਕਹੀਏ ਵੀ ਕੋਈ ਸੁਵਿਧਾਵਾਂ ਮਿਲੀਆਂ ਜਾਂ ਪੰਜਾਬ ਦੇ ਵਿੱਚ ਕੋਈ ਸੁਧਾਰ ਹੋਇਆ, ਮੇਰੇ ਨਾਲ ਬਹੁਤ ਜਨਤਾ ਜਾਣਦੀ ਹੈ ਵੀ ਕਿਤੇ ਦੂਰ ਦੂਰ ਤੱਕ ਕੋਈ ਸੁਧਾਰ ਦਿੰਦਾ ਨਹੀਂਗਾ, ਸਿਰਫ ਗੱਲਾਂ ਦਿਖਦੀਆਂ ਨੇ। ਉਹ ਗੱਲਾਂ ਹੁਣ ਕਿੰਨੇ ਸਾਲ ਚੱਲਣਗੀਆਂ ਇਹ ਆਪਾਂ ਕਹਿ ਨਹੀਂ ਸਕਦੇ। ਜੀ, ਇਹਦਾ ਰਮਨ ਚਾਂਦੀ ਜੀ ਤੋਂ ਜਵਾਬ ਲੈਂਦੇ ਨੇ। ਚਾਂਦੀ ਸਾਹਿਬ, ਸਿੱਧੇ ਤੌਰ ਤੇ ਦੇਖੋ ਕਹਿ ਦਿੱਤਾ ਗਿਆ ਕਿ ਜੋ ਸਿਹਤ ਸੇਵਾਵਾਂ ਪਹਿਲਾਂ ਚੱਲਦੀ ਸਨ, ਬਿਲਕੁਲ ਅਸੀਂ ਵੀ ਥੱਲੇ ਜਾ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਇੱਕ ਰਿਪੋਰਟ ਕੀਤੀ ਹੈ, ਉਸ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਕਿਤੇ ਨਾ ਕਿਤੇ ਸਿਹਤ ਸੇਵਾਵਾਂ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਹੈ। ਖਾਸ ਕਰਕੇ ਇਹ ਚਰਚਾ ਹਮੇਸ਼ਾ ਚੱਲ ਰਹੀ ਹੈ ਕਿ ਜਿਹੜੇ ਡਾਕਟਰਸ ਬਣ ਕੇ ਆਏ ਨੇ, ਹਾਲਾਂਕਿ ਸਿਹਤ ਸੇਵਾਵਾਂ ਦੇ ਲਈ ਸਾਡੇ ਕੋਲ ਡਾਕਟਰਸ ਪੂਰੇ ਨਹੀਂ, ਉਹਨਾਂ ਨੂੰ ਵੀ ਵਿਧਾਇਕਾਂ ਦੀਆਂ ਵੀਡੀਓ ਵੀ ਇਦਾਂ ਦੀ ਸਾਹਮਣੇ ਆਈਆਂ, ਵੱਡੇ ਆਗੂਆਂ ਦੀ ਵੀਡੀਓ ਸਾਹਮਣੇ ਆਈਆਂ ਜਿਹੜੇ ਡਰਾ ਧਮਕਾ ਰਹੇ ਸਨ। ਇਹਨੂੰ ਕਿਵੇਂ ਵੇਖਦੇ ਹੋ? ਤੁਸੀਂ ਵੀ ਪੁਰਾਣੀ ਪਾਰਟੀਆਂ ਦੀ ਰਵਾਇਤਾਂ ਤੇ ਚੱਲੋਗੇ ਜਾਂ ਕੁਝ ਨਵਾਂ ਸੁਧਾਰ ਕਰਨ ਦੇ ਵਿੱਚ ਹੈ? ਚਾਂਦੀ ਸਾਹਿਬ।
ਦੇਖੋ ਚਰਨਜੀਤ ਜੀ, ਮੈਂ ਵੈਸੇ ਇਹਨਾਂ ਗੱਲਾਂ 'ਚ ਤਾਂ ਪੈਣਾ ਨਹੀਂ ਚਾਹੁੰਦਾ। ਠੀਕ ਹੈ, ਕਿਤੇ ਨਾ ਕਿਤੇ ਮੈਂ ਇਹ ਜ਼ਰੂਰ ਮੰਨ ਸਕਦਾ ਕਿ ਜੇਕਰ ਸਾਡੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਸਾਹਿਬਾਨਾਂ ਨੇ, ਜੇਕਰ ਸਾਰੇ ਪੰਜਾਬ 'ਚ ਲੀਡਰਾਂ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਲੋਕਲ ਹਸਪਤਾਲਾਂ ਦੇ ਵਿੱਚ ਜਾ ਕੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਹਦੇ ਚੋਂ ਇਹ ਹੋ ਸਕਦਾ ਕਿ ਇੱਕਾ ਦੁੱਕਾ ਸਾਡੇ ਲੀਡਰਾਂ ਤੋਂ ਗਲਤੀ ਹੋਈ ਹੋਵੇ ਔਰ ਉਹਨਾਂ ਨੇ ਉਸ ਗੱਲ ਨੂੰ ਅਸੈਪਟ ਵੀ ਕੀਤਾ ਹੈ। ਇਹ ਨਹੀਂ ਕਿ ਉਹ ਸਾਰੇ ਹੀ ਗਲਤ ਨੇ। ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਇਹ ਜਿਹੜੇ ਜੇ ਕਿਤੇ ਗਲਤੀ ਹੋ ਵੀ ਜਾਵੇ ਤਾਂ ਉਹ ਮੰਨ ਲੈਂਦੇ ਨੇ, ਇਤਿਹਾਸ ਹੈ ਇਹ ਗੱਲ ਦਾ, ਇਹ ਦਿਖਾਉਂਦੇ ਵੀ ਇਹਨਾਂ ਦੇ ਲੀਡਰਾਂ ਨੇ ਜੇ ਗਲਤੀ ਕੀਤੀ ਵੀ ਹੈ ਤਾਂ ਹੁਣ ਤੱਕ ਕਦੇ ਮਾਫੀ ਮੰਗੀ ਹੈ। ਇਹ ਹੁੰਦੀ ਹੈ ਨਮਰਤਾ ਵਾਲੀ ਗੱਲ ਜੀ। ਦੇਖੋ ਮਿਸਟੇਕ ਕਿੱਥੇ ਹੈ? ਸਭ ਤੋਂ ਪਹਿਲਾਂ ਕਲਾਸ 4 ਤੋਂ ਆਪਾਂ ਆਪਣੇ ਵਹੀਕਲ ਔਰ ਕਲਾਸ 4 ਡਰਾਈਵਰ ਤੋਂ ਚੱਲਦੇ ਹਾਂ। ਦੇਖੋ ਜਦੋਂ ਕੋਈ ਐਮਰਜੈਂਸੀ ਮਰੀਜ਼ ਆਉਂਦਾ ਹੈ, ਜੇਕਰ ਆਪਣੇ ਕੋਲ ਡੀਜ਼ਲ, ਵਹੀਕਲ ਔਰ ਡਰਾਈਵਰ ਪਲੱਸ ਕਲਾਸ 4, ਜੇਕਰ ਇਹੀ ਸੁਵਿਧਾ ਆਪਣੇ ਕੋਲ ਇੱਕ ਹਸਪਤਾਲ ਦੇ ਅੰਦਰ ਸਹੀ ਨਹੀਂ ਤਾਂ ਮਰੀਜ਼ ਨੂੰ ਸਹੀ ਟਾਈਮ ਤੇ ਸਹੀ ਇਲਾਜ ਕਿਵੇਂ ਮਿਲੇਗਾ? ਉਸ ਤੋਂ ਬਾਅਦ ਡਾਕਟਰ ਦੇਖੋ ਇੱਕ ਐਮਬੀਬੀਐਸ ਕਰਦਾ ਹੈ ਤਾਂ 60 ਤੋਂ ਅੱਜ ਦੇ ਸਮੇਂ 60 ਤੋਂ 70 ਲੱਖ ਰੁਪਇਆ ਉਹ ਲਾ ਕੇ ਐਮਬੀਬੀਐਸ ਕਰਕੇ ਡਾਕਟਰ ਬਣਦਾ ਹੈ। ਤਾਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨੂੰ ਪੇ ਜਿਹੜਾ ਆਪਣਾ ਰੱਖਿਆ, ਪੇ ਦਾ ਜਿਹੜਾ ਉਹਨਾਂ ਦਾ ਰੱਖਿਆ ਸਾਰਾ ਉਹੀ 1.5 ਲੱਖ ਰੁਪਇਆ। ਜਾਂ ਤਾਂ ਅੱਜ ਸਰਕਾਰੀ ਡਾਕਟਰ ਜੇ ਉਹਨੂੰ 3 ਸਾਲ ਬਾਅਦ ਪੱਕਾ ਕਰਦੇ ਆ ਤਾਂ ਕਿਤੇ 1.5 ਲੱਖ ਹੁੰਦਾ, ਨਹੀਂ 30,000 35,000 ਤੇ ਭਰਤੀ ਕੀਤੇ ਹੋਏ ਨੇ। ਉਹ ਸਰਕਾਰ ਪੰਜਾਬ ਸਰਕਾਰ ਦੇ ਅੰਡਰ ਕੰਮ ਕਰਕੇ ਹੀ ਰਾਜੀ ਨਹੀਂ, ਇਸ ਕਰਕੇ ਉਹ ਪ੍ਰਾਈਵੇਟ ਸੈਕਟਰ ਨੂੰ ਤੁਰਦੇ ਨੇ। ਤਾਂ ਪੰਜਾਬ ਸਰਕਾਰਾਂ ਨੂੰ ਪਹਿਲਾਂ ਚਾਹੀਦਾ ਸੀ ਕਿ ਉਹਨਾਂ ਨੂੰ ਵਧੀਆ ਪੇ ਸਕੇਲ ਦੇਣ ਤਾਂ ਕਿ ਉਹਨਾਂ ਦਾ ਵੀ ਜੋ ਕੁਝ ਲੱਗਿਆ ਹੋਇਆ ਔਰ ਜੋ ਕੁਝ ਉਹ ਭਾਲਦੇ ਨੇ ਜੇ ਕਿਤੇ ਨਾ ਕਿਤੇ ਜਾ ਕੇ ਉਹ ਸੰਤੁਸ਼ਟ ਹੋਣਗੇ ਤਾਂ ਕਿਤੇ ਸਾਡੇ ਪੰਜਾਬ ਦੇ ਲੋਕਾਂ ਦਾ ਇਲਾਜ ਸਹੀ ਤਰੀਕੇ ਨਾਲ ਹੋਊਗਾ। ਜੇਕਰ ਸਾਡੇ ਕੋਲ ਡਾਕਟਰ ਹੈ ਸਹੀ ਤਰੀਕੇ ਨਾਲ, ਜਿੰਨੀਆਂ ਸਾਡੇ ਕੋਲ ਪੋਸਟਾਂ ਨੇ ਉਹ ਨਹੀਂ ਹੋਣਗੀਆਂ ਤਾਂ ਇਲਾਜ ਕਿਸ ਤਰ੍ਹਾਂ ਹੋਊਗਾ? ਪੰਜਾਬ ਸਰਕਾਰ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ। ਦੇਖੋ 3 ਮਹੀਨਿਆਂ ਦੇ ਵਿੱਚ ਇੱਕ ਗੱਲ ਇਹਨਾਂ ਨੂੰ ਮੈਂ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਕੋਈ ਫੀਲਡ ਤਾਂ ਸਾਫ਼ ਨਹੀਂ ਹੋਵੇ। ਜਦੋਂ ਕੋਈ ਚੰਗਾ ਕੰਮ ਕਰਨਾ ਹੁੰਦਾ, ਆਮ ਆਦਮੀ ਪਾਰਟੀ ਦਾ ਇੱਕ ਛਾਂਦਾਰ ਬੂਟਾ ਲਗਾ ਰਹੀ ਹੈ, ਇਹਦੀ ਜਿਹੜੀ ਛਾਂ ਹੈ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਿਸਨੇ ਲੈਣੀ ਹੈ। ਸੋ ਜਦੋਂ ਕੋਈ ਬੂਟਾ ਲਾਇਆ ਜਾਂਦਾ ਤਾਂ ਉਹਦੀ ਜਿਹੜੀ ਛਾਂ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਹ ਕੰਮ ਚੰਗਾ ਹੋਇਆ ਜਾਂ ਨਹੀਂ। ਆਪਾਂ ਅੱਜ ਇੱਥੇ ਬੈਠ ਕੇ ਇਹਨੂੰ ਸੁਨਿਸ਼ਚਿਤ ਨਹੀਂ ਕਰ ਸਕਦੇ ਕਿ ਇਹ ਸਰਕਾਰ ਹੈ ਜਿਹੜੀ ਇਹ ਚੰਗਾ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ। ਜਿਹੜੀ ਮੇਰੀ ਭੈਣ ਜੀ ਗੱਲ ਕਰ ਰਹੇ ਸੀ ਕਰੋਨਾ ਵਾਰੀਅਰ ਦੀ, ਦੇਖੋ ਇਹਨਾਂ ਨੇ ਡਾਕਟਰਾਂ ਨੇ ਉਸ ਸਮੇਂ ਕੀ ਕੀਤਾ, ਜਿੰਨੇ ਵੀ ਸਾਡੇ ਕਰੋਨਾ ਮਰੀਜ਼ ਸੀ ਉਹ ਤਾਂ ਇੱਕ ਫਾਰਮੈਲਿਟੀ ਲਈ ਸਾਈਨ ਕਰ ਦਿੰਦੇ ਸੀ, ਮਿਹਨਤ ਕਰਦੇ ਸੀ ਇਹ ਲੋਕ। ਸੋ ਉਸ ਸਮੇਂ ਦੀਆਂ ਸਰਕਾਰਾਂ ਨੂੰ ਇਹਨਾਂ ਦਾ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਸੀ। ਆਮ ਆਦਮੀ ਪਾਰਟੀ ਜ਼ਰੂਰ ਸੋਚ ਰਹੀ ਹੈ ਕਿਉਂਕਿ ਇਹ ਹੈਲਥ ਦਾ ਜਿਹੜਾ ਸਿਸਟਮ ਹੈ, ਇਹ ਗੱਲ ਪਹਿਲਾਂ ਹੀ ਮਾਨ ਸਾਹਿਬ ਕਹਿ ਚੁੱਕੇ ਨੇ, ਸਾਡੇ ਕੌਮੀ ਕਨਵੀਨਰ ਜੀ ਨੇ ਵੀ ਕਈ ਵਾਰ ਇਹ ਗੱਲ ਕਹੀ ਹੈ। ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ ਸੁਧਾਰ ਲਿਆਂਦਾ ਪੰਜਾਬ 'ਚ ਵੀ ਲਿਆ ਕੇ ਰਹਾਂਗੇ। ਇਹ ਇੱਕ ਹਿਸਟੋਰੀਕਲ ਤਰੱਕੀ ਹੋਏਗੀ ਹੈਲਥ ਮਹਿਕਮੇ ਦੇ ਵਿੱਚ, ਲੇਕਿਨ ਥੋੜਾ ਜਿਹਾ ਸਮਾਂ ਹੋਰ ਲੱਗੇਗਾ। ਸਭ ਦੇ ਮੂੰਹ ਬੰਦ ਹੋ ਜਾਣੇ ਨੇ। ਜੋ ਕੁਝ ਵੀ ਕਰਾਂਗੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਉਹ ਕਰਾਂਗੇ। ਠੀਕ ਹੈ ਸੁਰਿੰਦਰ ਕਮਲ ਜੀ, ਤੁਹਾਡਾ ਪੱਖ ਜਾਣ ਲੈਂਦੇ ਆ। ਸਿੱਧੇ ਤੌਰ ਤੇ ਰਮਨ ਚਾਂਦੀ ਜੀ ਨੇ ਇੱਕ ਸਵਾਲ ਚੱਕਿਆ ਕਿ 50 ਤੋਂ 70 ਲੱਖ ਕੀਮਤ ਹੈ ਇੱਕ ਡਾਕਟਰੀ ਦੀ, ਐਮਬੀਬੀਐਸ ਐਮਡੀ ਕਰਦਾ ਹੈ, ਉਹ 50-60 ਹਜ਼ਾਰ ਦੀ ਨੌਕਰੀ ਕਰੇਗਾ ਕਿਉਂ? ਮੋਦੀ ਸਰਕਾਰ ਐਪਿਕ ਸੈਂਟਰ ਦੇ ਵਿੱਚ ਤੁਸੀਂ ਕਹਿੰਦੇ ਹੋ ਤੇ ਮੋਦੀ ਸਾਥ ਹੈ ਤਾਂ ਸਭ ਦਾ ਵਿਕਾਸ ਹੈ, ਤੇ ਗਵਰਨਮੈਂਟ ਆਫ ਮੋਦੀ ਇਸ ਤਰ੍ਹਾਂ ਦੀ ਪਾਲਿਸੀਜ਼ ਕਿਉਂ ਨਹੀਂ ਲੈ ਕੇ ਆ ਰਹੀ ਕਿ ਘੱਟ ਤੋਂ ਘੱਟ ਲਾਗਤ ਹੋਵੇ, ਸਟੱਡੀ ਹੋਵੇ, ਸਕਾਲਰਸ਼ਿਪ ਹੋਵੇ, ਤੇ ਇਦਾਂ ਦੇ ਪਲੇਟਫਾਰਮ ਕਿਉਂ ਨਹੀਂ ਖੜੇ ਕੀਤੇ ਜਾ ਰਹੇ? ਜਾਂ ਕਿਤੇ ਨਾ ਕਿਤੇ ਇਸ ਤਰ੍ਹਾਂ WHO ਦੀਆਂ ਪਾਲਿਸੀਆਂ ਨੇ ਕਿ ਪ੍ਰਾਈਵੇਟੇਸ਼ਨ ਨੂੰ ਹੀ ਅੱਗੇ ਕਰੋ, ਜਾਂ ਉਹੀ ਚੀਜ਼ ਚੱਲ ਰਹੀ ਹੈ? ਕਿਉਂਕਿ ਇਹ ਸਾਰਾ WHO ਦੀ ਜੇ ਮੈਂ ਗੱਲ ਕਰਾਂ ਪਿਛੋਕੜ ਤਾਂ ਕਾਂਗਰਸ ਵੱਲ ਜਾਂਦਾ, ਪਰ ਮੈਂ ਉਹਨਾਂ ਗੱਲਾਂ ਨੂੰ ਨਹੀਂ ਜਾਵਾਂਗਾ ਕਿਉਂਕਿ ਮੁੱਦੇ ਤੋਂ ਭਟਕ ਜਾਵਾਂਗੇ। ਕਿਵੇਂ ਵੇਖਦੇ ਹੋ ਤੁਸੀਂ ਮੋਦੀ ਸਰਕਾਰ ਨਵੀਆਂ ਪਾਲਿਸੀਜ਼ ਕਿਉਂ ਨਹੀਂ ਲੈ ਕੇ ਆ ਰਹੀ ਇਸ ਨੂੰ ਲੈ ਕੇ? ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਵੀ ਹੈ, ਇੱਕ ਰੈਵਨਿਊ ਸਟੇਟ ਵੀ ਹੈ, ਪਰੰਤੂ ਕਰਜ਼ੇ ਦੀ ਮਾਰ ਹੋਣ ਕਰਕੇ ਸਾਨੂੰ ਲੋੜ ਹੈ। ਪੰਜਾਬ ਦੀ ਜੇ ਗੱਲ ਕਰਾਂ ਤਾਂ ਕਾਲਾ ਪੀਲੀਆ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹੈ। ਕੈਂਸਰ ਇੱਥੋਂ ਹੈ, ਕੈਂਸਰ ਦੀ ਟ੍ਰੇਨ ਜਾਂਦੀ ਹੈ। ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਵਧਾਵਾ ਦਿੱਤਾ ਜਾਂਦਾ ਕਿ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਵਧੀਆ ਸੁਧਾਰ ਵੱਲ ਤੋਰੀਏ, ਵਧੀਆ ਪਾਲਿਸੀਜ਼ ਲੈ ਕੇ ਆਈਏ? ਦੇਖੋ ਰਮਨ ਚਾਂਦੀ ਜੀ ਹੋਰੀ ਜਿਹੜੀ ਗੱਲ ਕਰਦੇ ਪਏ ਨੇ ਤੇ ਜਿਹੜੀ ਪ੍ਰਭਜੋਤ ਧਾਰੀਵਾਲ ਹੋਰਾਂ ਨੇ ਗੱਲ ਕੀਤੀ ਆ, ਪਿਛਲੇ ਸਮੇਂ ਦੇ ਦੌਰਾਨ ਜਦੋਂ WHO ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਜਦੋਂ ਸਿਹਤ ਸੇਵਾਵਾਂ ਨੂੰ ਸੁਧਾਰਨ ਦੇ ਵਾਸਤੇ ਜਦੋਂ ਅਕਾਲੀ ਦਲ ਦੀ ਗਵਰਨਮੈਂਟ ਸੀਗੀ ਉਦੋਂ WHO ਨੇ ਕਾਫੀ ਜ਼ਿਆਦਾ ਇੱਥੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਵਾਸਤੇ ਇਨਵੈਸਟਮੈਂਟ ਕੀਤੀ ਸੀਗੀ।
ਲੇਕਿਨ ਉਹ ਇਨਵੈਸਟਮੈਂਟ ਜਿਹੜੀ ਸੀਗੀ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਜਿਹੜੇ ਪੰਜਾਬ ਦੇ ਵਿੱਚ ਇਹ ਟੋਟਲ PHC ਸੀਗੀਆਂ ਜਿਹੜੀਆਂ ਉਹ ਜੀ 400 ਤੇ 78 ਦੇ ਕਰੀਬ ਸੀ, ਜਿਹੜੀਆਂ ਬਾਅਦ ਦੇ ਵਿੱਚ ਉਸੇ ਸਮੇਂ ਦੇ ਦੌਰਾਨ ਹੀ ਘਟ ਕੇ 415 ਕਿ 17 ਰਹਿ ਗਈਆਂ। ਲੇਕਿਨ ਉਹਦੀ ਜਿਹੜੀ ਸਟੈਗਨੇਸ਼ਨ ਆ PHC ਦੀ, ਹਾਲਾਂਕਿ ਮੋਦੀ ਗਵਰਨਮੈਂਟ ਦੇ ਵੇਲੇ ਜਦੋਂ ਕੋਵਿਡ ਆਉਂਦਾ ਵਾ, ਟੀਕਾ ਤਾਂ ਹਰ ਜਗ੍ਹਾ ਪਹੁੰਚ ਗਿਆ, ਗਲੀਆਂ ਮੁਹੱਲਿਆਂ ਤੱਕ ਟੀਕੇ ਇੰਨੇ ਜ਼ਿਆਦਾ ਵੱਧ ਚੁੱਕੇ ਸੀਗੇ, ਲੇਕਿਨ ਉਹਨਾਂ ਟੀਕਿਆਂ ਨੂੰ ਮਤਲਬ ਸਰਵ ਕਰਨ ਵਾਸਤੇ ਸਾਡੇ ਕੋਲ PHC ਨਹੀਂ ਸੀਗੀਆਂ। ਇਹ ਸਾਰਾ ਡਰਾਬੈਕ ਜਿਹੜਾ ਵਾ, ਜਾਂ ਇਹ ਸਾਰੀ ਜਿਹੜੀ ਆ ਨੁਕਸਾਨ ਦੀ ਜਿਹੜੀ ਕੜੀ ਜੁੜਦੀ ਆ, ਇਹ ਪਿਛਲੀਆਂ ਗਵਰਨਮੈਂਟਸ ਅਕਾਲੀ ਤੇ ਜਿਹੜੇ ਆਪਣੇ ਕਾਂਗਰਸ ਨੇ ਉਹਨਾਂ ਦੇ ਸਮਿਆਂ ਤੇ ਜੁੜਦੀਆਂ ਨੇ, ਕਿਉਂਕਿ ਉਹਨਾਂ ਨੇ ਦਿੱਤੀਆਂ ਹੋਈਆਂ ਸੁਵਿਧਾਵਾਂ ਦਾ ਸਹੀ ਢੰਗ ਦੇ ਨਾਲ ਇਸਤੇਮਾਲ ਇੰਪਲੀਮੈਂਟ ਨਹੀਂ ਕੀਤਾ ਲੋਕਾਂ ਦੇ ਉੱਤੇ। ਇਸ ਤੋਂ ਅੱਗੇ ਤੁਰਦੇ ਆ, ਜਦੋਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਗਵਰਨਮੈਂਟ ਆਉਂਦੀ ਆ ਔਰ ਉਹ ਗਵਰਨਮੈਂਟ ਦਾ ਬੇਸ ਨੇ 6 ਟਾਈਪਸ ਆਫ ਗਰੰਟੀਜ਼ ਜਿਹੜੀਆਂ ਹੈਲਥ ਕੇਅਰ ਦੇ ਵਿੱਚ ਦਿੱਤੀਆਂ ਗਈਆਂ ਸੀਗੀਆਂ। ਜੀ ਉਹ ਗਰੰਟੀਆਂ ਜਿਹੜੀਆਂ ਨੇ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਹਰ ਇੱਕ ਬੰਦੇ ਨੂੰ ਜਿਹੜਾ ਵਾ ਨਾ ਉਹਨੂੰ ਮੈਡੀਕੇਸ਼ਨ ਫ੍ਰੀ ਮਿਲੂਗੀ, ਉਹਦੇ ਵਿੱਚ ਉਹਨੂੰ ਆਪਰੇਸ਼ਨ ਫ੍ਰੀ ਮਿਲਣਗੇ, ਟ੍ਰੀਟਮੈਂਟ ਫ੍ਰੀ ਮਿਲੂਗੀ। ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ। ਹੁਣ ਆਲਰੇਡੀ ਇਹ ਜਿਹੜੀ ਗਰੰਟੀ ਆ ਉਹ ਆਯੁਸ਼ਮਾਨ ਜਿਹੜੀ ਯੋਜਨਾ ਸ਼ੁਰੂ ਕੀਤੀ ਹੋਈ ਆ ਸੈਂਟਰ ਗਵਰਨਮੈਂਟ ਨੇ, ਜਿਹੜੀ ਕਿ ਇਸ ਸਮੇਂ ਰਾਜ ਸਰਕਾਰ ਉਹਨੂੰ ਚੰਗੇ ਢੰਗ ਨਾਲ ਇੰਪਲੀਮੈਂਟ ਨਹੀਂ ਕਰ ਪਾਈ, ਪਿਛਲੀ ਵੀ ਨਹੀਂ ਤੇ ਹੁਣ ਵੀ ਨਹੀਂ। ਸਿਰਫ ਉਹਨਾਂ ਨੇ ਜਿਹੜੇ ਵਿਚਲੇ ਠੇਕੇਦਾਰੀ ਸਿਸਟਮ ਸੀਗਾ ਉਹਨੂੰ ਇਸ ਢੰਗ ਦੇ ਨਾਲ, ਮੈਂ ਰਮਨ ਜੀ ਤੁਹਾਡੀ ਗੱਲ ਕਰ ਰਹੀ ਹਾਂ, ਜੀ ਉਸ ਠੇਕੇਦਾਰੀ ਸਿਸਟਮ ਦੇ ਵਿੱਚ ਸਿਰਫ ਉਹ ਜਿਹੜੀਆਂ ਚੀਜ਼ਾਂ ਸੀਗੀਆਂ, ਉਹਦਾ ਜਿਹੜਾ ਵਿਚਲਾ ਪੈਸਾ ਸੀਗਾ ਉਹ ਉਹਨਾਂ ਨੂੰ ਬੈਨੀਫਿਟ ਦੇਣ ਵਾਸਤੇ ਉਸ ਆਯੁਸ਼ਮਾਨ ਜਿਹੜੀ ਯੋਜਨਾ ਸੀਗੀ, ਜਿਹੜੀ ਮੋਦੀ ਸਰਕਾਰ ਦੇ ਵੱਲੋਂ ਹੈਲਥ ਕੇਅਰ ਸੈਕਟਰ ਦੇ ਵਿੱਚ ਇੱਕ ਵੱਡਾ ਰਿਫਾਰਮ ਜਿਹੜਾ ਸੀਗਾ ਉਹ ਸੀਗਾ। ਪਰ ਉਹਦੇ ਲਈ ਪਹਿਲਾਂ ਕੈਪਟਨ ਗਵਰਨਮੈਂਟ ਨੇ ਇਹਨੂੰ ਕ੍ਰਾਈਸਿਸ ਦੇ ਵਿੱਚ ਲੈ ਆਂਦਾ, ਆਯੁਸ਼ਮਾਨ ਕਾਰਡ ਬੰਦ ਹੋ ਗਏ। ਉਸ ਤੋਂ ਬਾਅਦ ਆਪ ਗਵਰਨਮੈਂਟ ਨੇ ਇਸ ਨੂੰ ਸ਼ੁਰੂ ਵੀ ਕੀਤੇ, ਲੇਕਿਨ ਉਹ ਚੱਲ ਰਹੇ ਨੇ ਨਹੀਂ ਚੱਲ ਰਹੇ ਨੇ, ਉਹ ਸਾਰਾ ਕੁਝ ਸਖਤੇ ਦੇ ਵਿੱਚ ਆ, ਕਿਉਂਕਿ ਜਿਹੜੇ ਇੰਟਰਮੀਡੀਏਟਰ ਲੋਕ ਨੇ, ਜਿਹੜਾ ਪ੍ਰਾਈਵੇਟ ਸੈਕਟਰ ਆ, ਜਿਹੜਾ ਮੈਡੀਕੇਸ਼ਨ ਦਾ ਪ੍ਰਾਈਵੇਟ ਸੈਕਟਰ ਆ, ਬਹੁਤ ਜ਼ਿਆਦਾ ਜਿਹੜਾ ਬੀਮਿਆਂ ਦਾ ਪ੍ਰਾਈਵੇਟ ਸੈਕਟਰ ਆ, ਉਹਦੇ ਤੇ ਨਕੇਲ ਕੱਸਣ ਦੀ ਲੋੜ ਆ, ਕਿਉਂਕਿ ਉਹਦੇ ਵਿਚਲਾ ਜਿਹੜਾ ਪੈਸਾ ਵਾ ਉਹ ਬਜਾਏ ਲੋਕਾਂ ਨੂੰ ਬੈਨੀਫਿਟ ਦੇਣ ਦੇ ਉਹਨਾਂ ਤੱਕ ਜਾ ਰਿਹਾ ਵਾ। ਹੁਣ ਮੈਂ ਅਗਲੀ ਗੱਲ ਕਰਦੀ ਹਾਂ ਕਿ ਗਰੰਟੀ ਦੇ ਵਿੱਚ ਜਿਹੜੀਆਂ 16,000 ਕਲੀਨਿਕਸ, ਜਿਹੜੇ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਗਈ ਸੀ, ਟੂ ਦਾ ਬੇਸਡ ਆਫ ਦਿੱਲੀ ਗਵਰਨਮੈਂਟ। ਹੁਣ ਜਦੋਂ ਅਸੀਂ ਦਿੱਲੀ ਗਵਰਨਮੈਂਟ ਦੇ ਖੁਲਾਸਿਆਂ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਦੋਂ ਹੈਲਥ ਕੇਅਰ ਦੀ ਸਿਸਟਮ ਦੀ ਗੱਲ ਕਰਦੇ ਆ ਤਾਂ ਉੱਥੇ ਪਿਛਲੇ 2 ਸਾਲ ਦੇ ਜਾਂ 3 ਸਾਲ ਦੇ ਰਿਪੋਰਟ ਕਾਰਡ ਦੇ ਮੁਤਾਬਕ ਕੇਜਰੀਵਾਲ 1000 ਕਲੀਨਿਕ ਖੋਲਣ ਦੀ ਗੱਲ ਕਰਦੇ ਆ ਤੇ ਉੱਥੇ ਸਿਰਫ ਕਲੀਨਿਕ ਖੋਲੇ ਜਾਂਦੇ ਨੇ 169, 1000 ਰੇਸ਼ੋ 169। ਇਹਨਾਂ 169 ਕਲੀਨਿਕ ਦੇ ਵਿੱਚ ਕੀ ਹੁੰਦਾ ਵਾ, ਡਾਕਟਰ ਸਿਰਫ ਨੇ 5% ਉੱਥੇ ਗਾਈਆਂ ਮੱਝੀਆਂ ਵੱਜਦੀਆਂ ਵਾ, ਫਾਰਮਾਸਿਸਟ ਕਿੰਨੇ ਨੇ ਉੱਥੇ 8%। ਹੁਣ 8 ਲੱਖ ਨੌਕਰੀਆਂ ਦਾ ਵਾਅਦਾ ਕੀਤਾ ਜਾਂਦਾ, ਉਹਦੇ ਵਿੱਚੋਂ 217 ਨੌਕਰੀਆਂ ਦਿੱਤੀਆਂ ਜਾਂਦੀਆਂ ਨੇ। ਹੁਣ 75% ਜਿਹੜੇ ਕਲੀਨਿਕ ਨੇ ਉਹ ਸਿਰਫ ਇਸੇ ਕਰਕੇ ਹੀ ਉਹਨਾਂ ਦਾ ਇਨਫਰਾਸਟ੍ਰਕਚਰ ਬਣਾਇਆ ਗਿਆ ਵਾ, ਜਿਹੜੇ ਕਿ ਮੀਡੀਆ ਨੂੰ ਵਿਖਾਉਣ ਵਾਸਤੇ। ਹੁਣ ਇਸ ਸਾਰੇ ਸਟਰਕਚਰ ਦੇ ਉੱਤੇ ਕੇਜਰੀਵਾਲ ਗਵਰਨਮੈਂਟ ਦਿੱਲੀ ਦੇ ਵਿੱਚ ਕੀ ਕਰਦੀ ਆ, 882 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਦੇ ਦਿੰਦੀ ਆ। ਤੁਸੀਂ ਦੇਖੋ ਕਿ ਕਿੰਨਾ ਬਲਫ ਕਰਦੇ ਪਏ ਆ ਅਸੀਂ ਪੋਲੀਟੀਕਲ ਸੈਗਮੈਂਟ ਦੇ ਵਿੱਚ, ਡੈਮੋਕ੍ਰੇਸੀ ਨੂੰ ਹੀ ਅਸੀਂ ਇੰਨੇ ਬੁਰੇ ਢੰਗ ਦੇ ਨਾਲ ਵਰਤਦੇ ਪਏ ਆ ਕਿ ਉਹਦੇ ਵਿੱਚ ਜਿਹੜੀਆਂ ਆਪਣੀਆਂ ਇਹਨਾਂ ਦੀਆਂ ਨੀਤੀਆਂ ਨੇ, ਸੈਲਫ ਸੈਂਟਰਡ ਆਪਣੀ ਗਵਰਨਮੈਂਟ ਦੇ ਦੁਆਲੇ ਘੁੰਮਣ ਵਾਲੀਆਂ ਨੀਤੀਆਂ ਨੇ, ਜਿਹਦੇ ਵਿੱਚ WHO ਦਾ ਪੈਸਾ ਵੀ ਖੱਪ ਰਿਹਾ, ਸੈਂਟਰ ਗਵਰਨਮੈਂਟ ਦਾ ਪੈਸਾ ਵੀ ਖੱਪ ਰਿਹਾ। ਹੁਣ ਤੁਸੀਂ ਦੇਖੋ 70 ਕਰੋੜ ਰੁਪਈਆ ਜਿਹੜਾ ਵਾ ਉਹ ਐਨੂਅਲੀ ਬਜਟ ਦਿੱਤਾ ਜਾ ਰਿਹਾ ਵਾ। ਬੀਜੇਪੀ ਹੁਣ ਸਵਾਲ ਕਰੂਗੀ ਕਿ ਜਿਹੜਾ ਇੰਨਾ ਪੈਸਾ ਤੁਸੀਂ ਪਬਲਿਕ ਹੈਲਥ ਸੈਕਟਰ ਦੇ ਲਈ, ਜਦੋਂ ਤੁਸੀਂ ਬੀਬੀ ਭੈਣ ਨਿੰਦਰ ਕੌਰ ਬੈਠੀ ਆ, ਉਹ ਰੋਜ਼ ਜਿਹੜੀਆਂ ਨੇ ਉਹ ਮਤਲਬ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ। ਤੁਸੀਂ ਪਿਛਲੇ ਸਮੇਂ ਦੇ ਦੌਰਾਨ ਦੇਖੋ ਜਦੋਂ ਸਿੱਧੂ ਨੇ ਇਹਨਾਂ ਬੀਬੀਆਂ ਨੂੰ ਪ੍ਰੋਟੈਸਟ ਕਰਦਿਆਂ ਉੱਤੇ ਗੱਡੀ ਚੜਾ ਦਿੱਤੀ ਸੀਗੀ ਤੇ ਅਸੀਂ ਉਦੋਂ ਹਸਪੀਟਲ ਦੇ ਵਿੱਚ ਮੈਂ ਗਈ ਸੀ ਉਹਨਾਂ ਨੂੰ ਮਿਲਣ, ਤਾਂ ਉਹਨਾਂ ਨੇ ਇੰਨਾ ਜ਼ਿਆਦਾ ਉੱਥੇ ਕ੍ਰਿਟੀਕਲ ਮਾਹੌਲ ਦੱਸਿਆ ਕਿ ਅਸੀਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਤੇ ਕੀ ਉਹਨਾਂ ਦੇ ਡਰਾਈਵਰ ਦੇ ਪੈਰ ਦੇ ਵਿੱਚ ਬ੍ਰੇਕ ਨਹੀਂ ਸੀਗੀ ਕਿ ਉਹਨਾਂ ਸਵਾਲਾਂ ਦੇ ਉੱਤੇ ਉਹ ਗੱਡੀ ਚੜਾ ਦੇਣੀ ਚਾਹੁੰਦੇ ਸੀਗੇ। ਫਿਰ ਮੈਮ ਗੁੰਜਨ ਸਹਿਗਲ ਬੈਠੇ ਨੇ, ਪਤਾ ਹੈ ਕਿ ਜੈ ਹੀ ਇਹ ਰਮਨ ਚਾਂਦੀ ਹੋਰਾਂ ਜੀ ਦੀ ਗਵਰਨਮੈਂਟ ਆਉਂਦੀ, ਆਪ ਗਵਰਨਮੈਂਟ ਆਉਂਦੀ ਆ, ਕਿਸ ਤਰ੍ਹਾਂ ਦੀਆਂ ਜਿਹੜੇ ਥ੍ਰੈਟਸ ਨੇ, ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦਾ ਇਰਰੈਲੇਵੈਂਟ ਬਿਹੇਵੀਅਰ ਆ, ਡਾਕਟਰਸ ਨੂੰ ਸਹਿਣਾ ਪਿਆ। ਤੋ ਜਿਹੜਾ ਗਰੰਟੀਆਂ ਦੀ ਫਿਰ ਮੈਂ ਵਾਪਸੀ ਗੱਲ ਲੈ ਕੇ ਆਉਣੀ ਆ ਕਿ ਫ੍ਰੀ ਬੀਜ ਦੇਣ ਦੀ ਗੱਲ ਕਰ ਦਿੱਤੀ, ਗਰੰਟੀਜ਼ ਦੀ ਗੱਲ ਕਰ ਦਿੱਤੀ। ਹੁਣ ਜਿੱਥੇ ਮੋਦੀ ਗਵਰਨਮੈਂਟ ਤੁਸੀਂ ਦੇਖੋ ਕਿ ਹੈਲਥ ਕਾਰਡ ਕਿਸਾਨਾਂ ਨੂੰ ਵੀ ਦੇ ਰਹੀ, ਹੈਲਥ ਕਾਰਡ ਇੱਥੇ ਪੰਜਾਬ ਦੇ ਵਿੱਚ ਵੀ ਬਣਨੇ ਜ਼ਰੂਰੀ ਸੀ, ਲੇਕਿਨ ਗਰੰਟੀ ਦੇ ਵਿੱਚ ਆਪ ਨੇ ਹੈਲਥ ਕਾਰਡ ਦੀ ਗੱਲ ਕੀਤੀ, ਲੇਕਿਨ ਹਜੇ ਤੱਕ ਕੁਝ ਵੀ ਨਹੀਂ ਦਿੱਤਾ ਗਿਆ। ਐਕਸੀਡੈਂਟ ਦੇ ਸਮੇਂ ਲੋਕਾਂ ਨੂੰ ਇਹ ਤਾਕੀਦ ਕੀਤੀ ਗਈ ਸੀ ਕਿ ਜਿੱਥੇ ਵੀ ਲਾਈਫ ਸੇਵ ਕਰਨ ਦੀ ਗੱਲ ਆਉਂਦੀ ਆ
ਉੱਥੇ ਤੁਸੀਂ ਡਾਕਟਰਸ ਦੇ ਕੋਲ ਪਹੁੰਚਾਓ ਬੰਦਿਆਂ ਨੂੰ, ਤੁਹਾਡੀ ਲਾਈਫ ਦੀ ਸੇਫਟੀ ਸਾਡੀ ਹੋਏਗੀ। ਲੇਕਿਨ ਤੁਸੀਂ ਦੇਖੋ ਆਏ ਦਿਨ ਕਿੰਨੇ ਲੋਕ ਮਰਦੇ ਪਏ ਨੇ ਸੜਕਾਂ ਦੇ ਉੱਤੇ। ਸੋ ਮਤਲਬ ਅਸੀਂ ਕਹਿਣ ਨੂੰ ਤਾਂ ਕਹੀਏ ਬਹੁਤ ਸਾਰੀਆਂ ਗੱਲਾਂ ਨੇ, ਲੇਕਿਨ ਇੱਥੇ ਕਿਸੇ ਨੇ ਵੀ ਕੋਈ ਵੀ ਕਮੀ ਨਹੀਂ ਛੱਡੀ। ਸੈਂਟਰ ਦੇ ਦਿੱਤੀਆਂ ਹੋਈਆਂ ਗ੍ਰਾਂਟਾਂ ਨੂੰ, ਸੈਂਟਰ ਦੇ ਦਿੱਤੇ ਹੋਏ ਪੈਸੇ ਨੂੰ, ਚਾਹੇ ਉਹ ਆਪ ਦੇ ਵੇਲੇ ਹੋਵੇ, ਚਾਹੇ ਉਹ ਜਿਸ ਤਰ੍ਹਾਂ ਪ੍ਰਭਜੋਤ ਧਾਲੀਵਾਲ ਸਾਹਿਬ ਕਹਿ ਰਹੇ ਸੀਗੇ ਕਿ ਸੈਂਟਰ ਦੇ ਵਿੱਚ ਅਸੀਂ ਭਾਈਵਾਲ ਸਰਕਾਰ ਦੇ ਨਾਲ ਸੀਗੇ ਤੇ ਸਾਨੂੰ ਇੰਜ ਹੋ ਗਿਆ, ਸਾਨੂੰ ਉਂਝ ਹੋ ਗਿਆ। ਕਦੇ ਵੀ ਸੈਂਟਰ ਨੇ ਆਪਣੇ ਪੈਸਿਆਂ ਤੋਂ ਹੱਥ ਨਹੀਂ ਖਿੱਚਿਆ, ਕਦੇ ਵੀ ਸੈਂਟਰ ਨੇ ਆਪਣੇ ਲੋਕਾਂ ਤੱਕ ਪਹੁੰਚਾਉਣ ਤੋਂ ਜੋ ਵੀ ਉਹਦੀਆਂ ਸਹੂਲਤਾਂ ਨੇ ਉਹ ਕਦੇ ਵੀ ਉਹਨੇ ਹੱਥ ਨਹੀਂ ਵਾਪਸ ਖਿੱਚਿਆ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਆਪ ਦੀ ਗਵਰਨਮੈਂਟ ਬਣੀ, ਬੀਜੇਪੀ ਨੂੰ ਨਕਾਰਿਆ ਗਿਆ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ। ਹੁਣ ਪੰਜਾਬ ਦੇ ਵਿੱਚ ਕੱਲ ਮੈਨੂੰ ਮੇਰੇ ਬੀਬੀ ਕੰਮ ਵਾਲੇ ਦੱਸਦੇ ਪਏ ਸੀ ਕਿ ਜਿਹੜੇ ਜਨ ਧਨ ਖਾਤੇ ਖੁੱਲੇ ਨੇ ਕਿ ਮੈਮ ਤੁਹਾਡੇ ਮੋਦੀ ਸਾਹਿਬ ਨੇ ਫਿਰ ਸਾਡੇ ਖਾਤਿਆਂ ਦੇ ਵਿੱਚ 2-2 ਹਜ਼ਾਰ ਰੁਪਇਆ ਪਾ ਦਿੱਤਾ, ਪਰ ਸਾਨੂੰ ਸ਼ਰਮ ਆਉਂਦੀ ਆ ਕਿ ਅਸੀਂ ਵੋਟ ਤਾਂ ਉਹਨਾਂ ਨੂੰ ਪਾਈ ਨਹੀਂ। ਤੋ ਮਤਲਬ ਜਿੱਥੇ ਇਹ ਆ ਕਿ ਮੋਦੀ ਗਵਰਨਮੈਂਟ ਕਰ ਰਹੀ ਆ ਕੰਮ, ਉੱਥੇ ਉਹ ਆਪਣੇ ਰਿਫਾਰਮ ਦੇ ਲਈ ਕੰਮ ਕਰ ਰਹੀ ਆ। ਜਿਹੜਾ ਵਿਚਲਾ ਠੇਕੇਦਾਰੀ ਸਿਸਟਮ ਦਾ ਲੁੱਟ ਖਸੁੱਟ ਦਾ ਕੰਮ ਸੀਗਾ ਜਿਹੜਾ ਪਹਿਲਾਂ ਹੋ ਰਿਹਾ ਸੀਗਾ, ਉਹਨਾਂ ਨੇ ਸਾਰਾ ਡਿਜੀਟਲਾਈਜੇਸ਼ਨ ਦੇ ਵਿੱਚ ਲੈ ਕੇ ਆਂਦਾ ਵਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸੰਪਰਕ ਸਾਧਿਆ ਜਾਵੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਹੈਲਥ ਸਿਸਟਮ ਦੇ ਵਿੱਚ ਆਯੁਸ਼ਮਾਨ ਕਾਰਡ ਇੱਕ ਬਹੁਤ ਵੱਡਾ ਐਸਾ ਟਰੰਪ ਕਾਰਡ ਹੈ, ਜਿਹੜਾ ਕਿ ਟਰੰਪ ਕਾਰਡ ਨਹੀਂ ਆਪਾਂ ਉਹਨੂੰ ਕਹਿ ਸਕਦੇ, ਉਹ ਇੱਕ ਐਸੀ ਸੁਵਿਧਾ ਵਾ ਜਿਹੜੀ ਲੋਕਾਂ ਤੱਕ ਪਹੁੰਚਾਈ ਜਾ ਰਹੀ। ਲੇਕਿਨ ਜਿਹੜੀਆਂ ਵਿਚਲੀਆਂ ਇਹ ਰਾਜ ਦੀਆਂ ਸਰਕਾਰਾਂ ਨੇ ਉਸ ਸਕੀਮ ਨੂੰ ਸਹੀ ਤੱਕ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ, ਜਦ ਕਿ ਇਹੀ ਸਕੀਮਾਂ ਇਹਨਾਂ ਦੇ ਹੀ ਸਿੰਗਲਾ ਵਰਗੇ ਜਿਹੜੇ ਲੋਕ ਨੇ ਉਹ 1% ਦੇ ਸਕੈਮ ਦੇ ਵਿੱਚ ਲਿਆ ਕੇ ਖਤਮ ਕਰ ਰਹੇ ਨੇ। ਸੋ ਇਹ ਇਹਨਾਂ ਦੀ ਕਾਰਗੁਜ਼ਾਰੀ ਆ, ਹੋਰ ਇਸ ਤੋਂ ਬਾਅਦ ਕੁਝ ਨਹੀਂ, ਕਿਉਂਕਿ ਦੋਵੇਂ ਹੈਲਥ ਮਿਨਿਸਟਰ ਠੀਕ ਹੈ। ਸਵਾਲ ਲੈ ਲੈਣੇ ਆ, ਤੁਹਾਡੀ ਗੱਲ ਦਾ ਵੀ ਜਵਾਬ ਲੈ ਲੈਣੇ ਆ ਤੇ ਸਵਾਲ ਵੀ ਲੈ ਲੈਣੇ ਆ। ਸਵਾਲ ਲੈ ਲੈਣੇ ਆ, ਗੁੰਜਲ ਸਹਿਗਲ ਜੀ, ਕਿਵੇਂ ਵੇਖਦੇ ਹੋ ਤੁਸੀਂ ਇੱਕ ਡਾਕਟਰ ਦੇ ਪੇਸ਼ੇ ਦੇ ਤੌਰ ਤੇ ਕੰਮ ਕਰ ਰਹੇ ਹੋ, ਕਿਵੇਂ ਵੇਖਦੇ ਹੋ ਪੰਜਾਬ ਵੱਲੋਂ ਜੋ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ, ਕੇਂਦਰ ਵੱਲੋਂ ਜੋ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ, ਜੋ ਕਾਲਾ ਵਾਲਾ ਵੀ ਹੋ ਰਿਹਾ, ਮੈਂ ਸਿੱਧੇ ਤੌਰ ਤੇ ਕਹੂੰਗਾ ਕਿ ਕਰਪਸ਼ਨ ਅਜੇ ਵੀ ਬੰਦ ਨਹੀਂ ਹੋਈ। ਹਾਲਾਂਕਿ ਸਰਕਾਰਾਂ ਚੇਂਜ ਹੁੰਦੀਆਂ ਨੇ, ਪਰੰਤੂ ਕਾਲੀ ਭੇਡਾਂ ਜ਼ਰੂਰ ਹੁੰਦੀਆਂ ਨੇ ਡਿਪਾਰਟਮੈਂਟ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਇਹ ਸਾਰਾ ਕੁਝ ਕੀਤਾ ਜਾਂਦਾ। ਤੁਸੀਂ ਕਿਵੇਂ ਵੇਖਦੇ ਹੋ ਸਰਕਾਰਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਹੈ ਤੇ ਹਸਪਿਟੈਲਿਟੀ ਨੂੰ ਕਿਵੇਂ ਦੇਖਦੇ ਹੋ, ਤੇ ਕਿਵੇਂ ਵੇਖਦੇ ਹੋ ਕਿ ਇਸ ਸਮੇਂ ਦਾ ਜਿਹੜਾ ਦੌਰ ਹੈ ਹਸਪਤਾਲਾਂ ਦਾ ਜੋ ਹਾਲਾਤ ਹੈ ਉਹ ਕਿਵੇਂ ਦਾ? ਬਿਲਕੁਲ ਜੀ, ਮੈਮ ਨੇ ਬਿਲਕੁਲ ਸਹੀ ਕਿਹਾ। ਸੈਂਟਰ ਦੀ ਜਿਹੜੀ ਆ ਪ੍ਰਾਈਵੇਟ ਗਵਰਨਮੈਂਟ ਆਂਦੀ ਹੈ, ਡਾਕਟਰ ਗੁੰਜਲ ਜੀ ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ, ਮੈਨੂੰ ਆਵਾਜ਼ ਨਹੀਂ ਸਾਫ਼ ਆ ਪਾ ਰਹੀ। ਇੱਕ ਡਾਕਟਰ ਨੇ ਜੀ ਪੇਸ਼ੈਂਟ ਨੂੰ ਵੀ ਡੀਲ ਕਰਨਾ ਹੈ, ਉਹਨੇ ਆਪਣਾ ਵੀ ਦੇਖਣਾ ਹੈ ਜੀ। ਸਾਨੂੰ ਦੇਖੋ ਤੁਸੀਂ ਕੋਰੋਨਾ ਦੇ ਵਿੱਚ ਅਸੀਂ ਡਬਲ ਸ਼ਿਫਟ ਲਾਈਆਂ, ਅਸੀਂ ਦਿਨ ਰਾਤ ਕੰਮ ਕੀਤਾ, ਅਸੀਂ ਆਪਣੀ ਫੈਮਿਲੀ ਨੂੰ ਮਤਲਬ ਆਪਣੇ ਆਪ ਨੂੰ ਆਈਸੋਲੇਟ ਕਰਕੇ ਆਪਣੀ ਫੈਮਿਲੀ ਨੂੰ ਛੱਡ ਕੇ ਦੇਖੇ, ਫਿਰ ਸਾਨੂੰ ਕੋਈ ਪ੍ਰੋਟੈਕਸ਼ਨ ਅਗਰ ਆਪਾਂ ਗੱਲ ਕਰੀਏ ਜਦੋਂ ਤੁਸੀਂ ਕਹਿ ਰਹੇ ਹੋ ਕਾਰ ਚੜਾਈ ਗਈ ਮੰਗਾ ਅਸੀਂ ਗੁੰਜਲ ਜੀ ਤੁਹਾਡੀ ਆਵਾਜ਼ ਨਹੀਂ ਮੈਨੂੰ ਆ ਪਾ ਰਹੀ, ਕਿਸੇ ਤਕਨੀਕੀ ਕਾਰਨ ਕਰਕੇ ਆਵਾਜ਼ ਨਹੀਂ ਮੈਨੂੰ ਆ ਪਾ ਰਹੀ। ਮੈਂ ਰਮਨ ਚਾਂਦੀ ਜੀ ਤੋਂ ਸਵਾਲ ਲੈ ਲੈਣਾ। ਰਮਨ ਚਾਂਦੀ ਜੀ, ਸਿੱਧੇ ਤੌਰ ਤੇ ਸੁਰਿੰਦਰ ਕਮਲ ਜੀ ਤਾਂ ਕਹਿੰਦੇ ਨੇ ਕਿ ਅਸੀਂ ਸਾਰਾ ਕੁਝ ਦੇ ਰਹੇ ਹਾਂ, ਕੇਂਦਰ ਨਾਲ ਹੈ, ਪਰੰਤੂ ਮੈਂ ਸਵਾਲ ਕਰ ਲੈਣਾ। ਗੁੰਜਲ ਜੀ ਸਵਾਲ ਕਰ ਰਹੇ ਸਨ, ਤੁਹਾਡੇ ਤੱਕ ਆਡੀਓ ਨਹੀਂ ਪਹੁੰਚ ਪਾਈ। ਉਹ ਕਹਿ ਰਹੇ ਸਨ ਕਿ ਸਿੱਧੇ ਤੌਰ ਤੇ ਜਿਵੇਂ ਹੁਣ ਡਾਕਟਰਸ ਨੂੰ ਸਾਲਟ ਲਿਖਣ ਦਾ ਇੱਕ ਆਪਸ਼ਨ ਹੁੰਦਾ ਕਿ ਤੁਸੀਂ ਸਾਲਟ ਲਿਖੋਗੇ, ਅਜੇ ਤੱਕ ਸਾਲਟ ਨਹੀਂ ਪ੍ਰੋਵਾਈਡ ਕਰਵਾਇਆ ਜਾ ਰਿਹਾ। ਬਾਹਰ ਫਾਰਮੇਸੀਆਂ ਨੇ, ਉਹਨਾਂ ਦੇ ਵਿੱਚ ਕੀ ਕੁਝ ਚੱਲਦਾ ਹੈ, ਅੰਦਰ ਡਾਕਟਰਾਂ ਨਾਲ ਕੀ ਕੁਝ ਚੱਲਦਾ ਹੈ, ਇਹਨੂੰ ਕਿਵੇਂ ਰੋਕੋਗੇ? ਤੁਸੀਂ ਕਹਿੰਦੇ ਹੋ ਕਿ ਅਸੀਂ ਦਿੱਲੀ ਮਾਡਲ ਲੈ ਕੇ ਆਵਾਂਗੇ। 2022 ਦੀ ਚੋਣਾਂ ਦੇ ਵਿੱਚ ਤੁਸੀਂ ਕਹਿੰਦੇ ਸੀ ਕਿ ਅਸੀਂ ਜਿਵੇਂ ਦਿੱਲੀ ਦੇ ਵਿੱਚ ਸੁਧਾਰ ਕੀਤਾ ਹਸਪਤਾਲਾਂ ਨੂੰ ਲੈ ਕੇ, ਪੰਜਾਬ ਦੇ ਵਿੱਚ ਵੀ ਬਦਲਾਂਗੇ, ਉਹੀ ਨੁਹਾਰ ਲਿਆਵਾਂਗੇ, ਉਹੀ ਪਾਲਿਸੀ ਲਿਆਵਾਂਗੇ। ਹੁਣ ਜਿਸ ਤਰ੍ਹਾਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਵਿਜੇ ਸਿੰਗਲਾ ਨੇ ਜਿਸ ਤਰ੍ਹਾਂ ਸ਼ਰਮਨਾਕ ਕਾਰਾ ਕੀਤਾ, ਉਸ ਤੋਂ ਬਾਅਦ ਫੜੇ ਜ਼ਰੂਰ ਗਏ ਨੇ, ਪਰ ਕਿਤੇ ਨਾ ਕਿਤੇ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਫਿਰ ਮੁੜ ਤੋਂ ਖੜਾ ਹੋ ਜਾਂਦਾ ਹੈ। ਕਹਿੰਦੇ ਨੇ ਕਿ ਜਦ ਕੋਈ ਪੰਜਾਬੀ ਚ ਗੱਲ ਹੁੰਦੀ ਹੈ ਤਾਂ ਉਹਦੇ ਦੋ ਮਤਲਬ ਨਿਕਲਦੇ ਨੇ। ਆਮ ਆਦਮੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਆਪਣੀ ਇੱਕ ਨੇਕ ਨੀਅਤ, ਇਮਾਨਦਾਰੀ ਦੇ ਨਾਲ ਆਪਣੇ ਇੱਕ ਮੰਤਰੀ ਨੂੰ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਪਹੁੰਚਾਇਆ। ਕਾਰਨ ਕੀ ਸੀ? ਕਰਪਸ਼ਨ। ਤਾਂ ਵਿਰੋਧੀ ਧਿਰ ਦੇ ਜਿੰਨੇ ਵੀ ਆਗੂ ਨੇ ਤਾਂ ਉਸ ਨੂੰ ਕਿਸ ਤਰ੍ਹਾਂ ਲੈ ਰਹੇ ਨੇ, ਇਹਨਾਂ ਦਾ ਮੰਤਰੀ ਕਰਪਟ ਸੀ ਜੀ। ਸੋਚਣ ਵਾਲੀ ਗੱਲ ਹੈ
ਚਲੋ ਜੇ ਤੁਸੀਂ ਨਹੀਂ ਭਾਈ ਮੰਨਦੇ ਕਿ ਸਾਡੇ ਮਾਨ ਸਾਹਿਬ ਨੇ ਇਮਾਨਦਾਰੀ ਦਿਖਾਈ ਹੈ ਤਾਂ ਪੰਜਾਬ ਦੇ ਲੋਕ ਵੇਖ ਰਹੇ ਨੇ, ਉਹ ਸੁਣ ਵੀ ਰਹੇ ਨੇ ਕਿ ਤੁਸੀਂ ਕਿਸ ਤਰ੍ਹਾਂ ਡੀਲ ਕਰਦੇ ਹੋ। ਤੁਹਾਡਾ ਕੰਮ ਹੈ ਆਮ ਆਦਮੀ ਪਾਰਟੀ ਦੀਆਂ ਮੌਜੂਦਾ ਸਰਕਾਰਾਂ ਨੂੰ ਭੰਡਣਾ, ਸਾਡਾ ਕੰਮ ਹੈ ਨੇਕ ਨੀਅਤ ਨਾਲ ਲੀਕ ਨੂੰ ਅੱਗੇ ਨੂੰ ਖਿੱਚਣਾ। ਰਹੀ ਗੱਲ, ਦੇਖੋ ਮੈਂ ਪਹਿਲਾਂ ਗੱਲ ਮੇਰੀ ਕੱਟ ਗਈ ਸੀ, ਮੈਂ ਇੱਥੇ ਗੱਲ ਲਿਆ ਕੇ ਜ਼ਰੂਰ ਮੁਕਾਉਂਗਾ ਕਿ ਜਿਹੜੀ ਸਾਡੇ ਮਾਨਯੋਗ ਭੈਣ ਜੀ ਨੇ ਗੱਲ ਕੀਤੀ ਹੈ, ਆਯੁਸ਼ਮਾਨ ਦੀ ਜਿਹੜੀ ਸਕੀਮ ਚੱਲਦੀ ਆ ਉਹਦਾ ਇਹਨਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਆ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਮੇ ਵੀ ਹੋ ਸਕਦਾ ਵੀ ਹੁਣ ਤੱਕ ਵੀ 68% ਜਿਹੜਾ ਉਹ ਪੈਸਾ ਸੀ ਸਰਕਾਰ ਦਾ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਯੂਜ਼ ਹੋਇਆ। ਕਾਰਨ ਕਿਉਂਕਿ ਜਿੰਨਾ ਸਾਡਾ ਹੈਲਥ ਸਿਸਟਮ ਸੀ ਉਹ ਸਾਰੇ ਨਾਲੋਂ ਘਟੀਆ ਸੀ। ਇਹ ਸਰਕਾਰਾਂ ਇਹਨਾਂ ਦੀ ਦੇਣ ਹੈ। ਅਸੀਂ ਤਾਂ ਤਕਰੀਬਨ 90 ਦਿਨ ਤੋਂ ਆਏ ਆ, ਅਸੀਂ ਤਾਂ ਸੁਧਾਰ ਕਰਨ ਲਈ ਲੱਗੇ ਹੋਏ ਆ। ਜਦੋਂ ਕੋਈ ਸੁਧਾਰ ਹੁੰਦਾ ਤਾਂ ਹੌਲੀ ਹੌਲੀ ਹੁੰਦਾ, ਗੱਡੀ ਭਰਤੀ ਤੇ ਹੌਲੀ ਹੌਲੀ ਉਹ ਚੜ੍ਹਦੀ ਹੈ। ਇੱਕੋ ਲਖਤ ਸੁਧਾਰ ਕਰਨ ਨਾਲ ਵੀ ਨੁਕਸਾਨ ਹੀ ਹੋ ਜਾਂਦਾ, ਕੋਈ ਨਾ ਕੋਈ ਗੱਲ ਰਹਿ ਜਾਂਦੀ ਹੈ, ਚਾਹੇ ਆਪਾਂ ਆਪਣੇ ਘਰ 'ਚ ਸੁਧਾਰ ਕਿਉਂ ਨਾ ਕਰਨਾ ਹੋਵੇ ਜੀ। ਰਹੀ ਗੱਲ, ਦੇਖੋ ਇਹਨਾਂ ਦੇ ਓਪੀ ਸੋਨੀ ਜੀ ਨੇ ਲਾਸਟ ਟਾਈਮ ਤੇ, ਮੈਂ ਇੱਕ ਗੱਲ ਕਹਿਣ ਲੱਗਿਆ ਬਹੁਤ ਵੱਡੀ ਆ, ਡਾਕਟਰ ਸਾਹਿਬ ਬੈਠੇ ਨੇ ਮਾਨਯੋਗ ਗੁੰਜਲ ਜੀ, ਲਾਸਟ ਟਾਈਮ ਤੇ ਇੱਕ ਟੈਂਡਰ ਲਾਇਆ ਸਰਕਾਰੀ ਹਸਪਤਾਲਾਂ ਦੇ ਵਿੱਚ ਬੈੱਡ ਪ੍ਰੋਵਾਈਡ ਕੀਤੇ ਗਏ ਵਿਦ ਗੱਦਾ, ਉਹਦੀ ਕੀਮਤ ਬਿੱਲ ਦੇ ਵਿੱਚ ਪਾਈ ਗਈ ਨੀਅਰ ਅਬਾਊਟ 32 ਤੋਂ 35,000 ਰੁਪਏ। ਉਹਨਾਂ ਬੈੱਡਾਂ ਨੂੰ ਤੁਸੀਂ ਜਾਂਚ ਕਰ ਸਕਦੇ ਹੋ ਜਾ ਕੇ ਕਿਸੇ ਵੀ ਪੰਜਾਬ ਦੇ ਹਸਪਤਾਲ ਦੇ ਵਿੱਚ। ਨਿਰੀ ਕਰਪਸ਼ਨ ਹੈ, ਉਹ ਵੀ ਜਾਂਚ ਦਾ ਇੱਕ ਵਿਸ਼ਾ। ਉਦੋਂ ਪਹਿਲਾਂ ਸਿੱਧੂ ਸਾਹਿਬ ਤੇ ਬਲੇਮ ਲੱਗਦੇ ਰਹੇ ਨੇ, ਉਹ ਵੀ ਇੱਕ ਜਾਂਚ ਦਾ ਵਿਸ਼ਾ। ਲੇਕਿਨ ਬਤੌਰ 10 ਸਾਲ ਭਾਜਪਾ ਅਕਾਲੀ ਦੇ ਵਿੱਚ ਭਾਈਵਾਲ ਰਹੀ ਹੈ, ਇਹਨਾਂ ਨੇ ਪੰਜਾਬ ਦੇ ਲਈ ਕੀ ਕੀਤਾ? ਅੱਜ ਇਹ ਆਪਣੇ ਆਪ ਨੂੰ ਵੱਖ ਹੋ ਕੇ ਦਰਸਾ ਜ਼ਰੂਰ ਰਹੇ ਨੇ ਕਿ ਅਸੀਂ ਅਕਾਲੀ ਦਲ ਨਾਲੋਂ ਵੱਖ ਹਾਂ, ਲੇਕਿਨ ਇਹ ਵੀ ਉਨੇ ਹੀ ਗੁਨੇਗਾਰ ਨੇ ਉਸ ਚੀਜ਼ਾਂ ਦੇ ਜਿੰਨਾ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਹੈ ਕਿ ਸਾਡੀ ਪੰਜਾਬ ਦੇ ਲੋਕਾਂ ਨੂੰ ਹੈਲਥ ਦੇ ਸਿਸਟਮ ਦੇ ਬਤੌਰ ਸਾਡੀ ਦੇਣ ਕੀ ਹੈ। ਸੋ ਸਿਸਟਮ ਇੰਨਾ ਕੁ ਵਿਗੜਿਆ ਹੋਇਆ। ਠੀਕ ਹੈ, ਮੈਂ ਇਸ ਗੱਲ ਨੂੰ ਅਸੈਪਟ ਕਰਦਾ ਕਿ ਸੁਧਾਰ ਨਹੀਂ ਹੋ ਪਾ ਰਿਹਾ, ਲੇਕਿਨ ਇਹਨੂੰ ਥੋੜਾ ਜਿਹਾ ਸਮਾਂ ਲੱਗੇਗਾ। ਮੈਂ ਸਾਰਿਆਂ ਤੋਂ ਸਤਿਕਾਰਯੋਗ ਤੋਂ ਹੱਥ ਬੰਨ੍ਹ ਕੇ ਸਮਾਂ ਮੰਗਦੇ ਆ ਕਿ ਮਾਨ ਸਾਹਿਬ ਨੂੰ ਸਮਾਂ ਚਾਹੀਦਾ। ਹਰ ਫੀਲਡ ਦੇ ਵਿੱਚ ਸੁਧਾਰ ਹੋਏਗਾ, ਬਤੌਰ ਸ਼ਰਤੀਆ ਹੋਏਗਾ। ਸਾਰੇ ਸਿਸਟਮ ਨੂੰ ਸੁਧਾਰ ਕਰਨ ਲਈ ਦੇਖੋ ਮਸ਼ੀਨਰੀ ਪੂਰੀ ਚਾਹੀਦੀ ਹੈ, ਟੈਸਟ ਪੂਰੇ ਹੋਣੇ ਚਾਹੀਦੇ ਨੇ। ਜੋ ਜੋ ਵਾਅਦੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਲੋਕਾਂ ਨਾਲ ਵਾਅਦੇ ਪੂਰੇ ਕੀਤੇ ਜਾਣਗੇ। ਚਾਹੇ ਉਹ ਆਪਣਾ ਫ੍ਰੀ ਇਲਾਜ ਹੋਵੇ ਹਰ ਇੱਕ ਵਰਗ ਦਾ, ਅਸੀਂ ਕਿਸੇ ਵਰਗ ਨੂੰ ਅਲੱਗ ਨਹੀਂ ਰੱਖਣਾ, ਹਰ ਇੱਕ ਵਰਗ ਦਾ ਫ੍ਰੀ ਇਲਾਜ ਹੈ। ਚਾਹੇ ਕੋਈ ਐਕਸੀਡੈਂਟਲ ਪਾਲਿਸੀ ਹੈ, ਚਾਹੇ ਕੋਈ ਕਿਸੇ ਨੂੰ ਬਿਮਾਰੀ ਹੈ, ਸਾਰਾ ਕੁਝ ਹੋਏਗਾ। ਲੇਕਿਨ ਜੇਕਰ ਸਰਕਾਰੀ ਹਸਪਤਾਲਾਂ ਦੇ ਵਿੱਚ ਫੈਸਿਲਿਟੀਆਂ ਪੂਰੀਆਂ ਹੋਣਗੀਆਂ, ਇਹ ਤਾਂ ਹੀ ਸੰਭਵ ਹੋ ਸਕੇਗਾ। ਕੱਲੀਆਂ ਫੈਸਿਲਿਟੀ ਦਾ ਮਤਲਬ ਹੈ ਕੱਲੀ ਮਸ਼ੀਨਰੀ ਨਹੀਂ, ਕੱਲੀਆਂ ਦਵਾਈਆਂ ਨਹੀਂ, ਸਾਰੀ ਸਾਡੀ ਮੈਡੀਕਲ ਨਫਰੀ ਹੈ ਜਿਹੜੀ ਉਹ ਪੂਰੀ ਹੋਣੀ ਚਾਹੀਦੀ ਹੈ, ਤਾਂ ਕਿਤੇ ਜਾ ਕੇ ਸੰਭਵ ਹੋਣਾ। ਇਸ ਗੱਲ ਨੂੰ ਤਕਰੀਬਨ 6 ਮਹੀਨੇ ਹੋਰ ਲੱਗ ਜਾਣਗੇ, ਤਾਂ ਕਿਤੇ ਜਾ ਕੇ ਪੰਜਾਬ ਦੇ ਲੋਕਾਂ ਨੂੰ, ਤੁਹਾਨੂੰ ਮੈਨੂੰ ਸੁਧਾਰ ਦੇਖਣ ਨੂੰ ਮਿਲੇਗਾ। 3 ਮਹੀਨਿਆਂ 'ਚ ਕੋਈ ਵੀ ਸਰਕਾਰ ਕੁਝ ਨਹੀਂ ਕਰ ਸਕਦੀ ਹੁੰਦੀ। ਸੋ ਜਿੰਨਾ ਕੁਝ ਫਿਰ ਵੀ ਮਾਨ ਸਾਹਿਬ ਨੇ ਹਰ ਇੱਕ ਫੀਲਡ ਦੇ ਵਿੱਚ ਜਿੰਨਾ ਕੁਝ, ਚਾਹੇ ਅਸੀਂ 10 ਪੈਸੇ 20 ਪੈਸੇ ਕੀਤਾ ਇਸ ਲਾਈਨ ਦੇ ਵਿੱਚ, ਕੀਤਾ ਜ਼ਰੂਰ ਹੈ, ਲੇਕਿਨ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਦਿਖੇਗਾ। ਜੋ ਕੁਝ ਮਾਨ ਸਾਹਿਬ ਕਰ ਰਹੇ ਨੇ ਬੜੀ ਨੇਕ ਨੀਅਤ ਨਾਲ, ਇਮਾਨਦਾਰੀ ਨਾਲ ਕਰ ਰਹੇ ਨੇ। ਸੋ ਬਲੇਮ ਨਹੀਂ ਲਾਉਣੇ ਚਾਹੀਦੇ ਕਿ ਇਹਨਾਂ ਦਾ ਸਮਾਂ ਦੀ ਤੁਹਾਨੂੰ ਪ੍ਰੇਜ਼ ਕਰਨੀ ਚਾਹੀਦੀ ਹੈ। ਤੁਸੀਂ ਆਪਣਾ ਮੰਤਰੀ ਇੱਕ ਫੜ ਕੇ ਅੰਦਰ ਦਿੱਤਾ, ਉਹ ਜੇ ਭਾਈ ਤੁਸੀਂ ਦਿੱਤਾ ਤੁਸੀਂ ਦਿਖਾ ਦਿਓ, ਨਹੀਂ ਤਾਂ ਤੁਸੀਂ ਇੱਕ ਦੂਜੇ ਤੇ ਬਲੇਮ ਲਾਉਂਦੇ ਰਹੇ ਹੋ। ਤੁਹਾਡੇ ਇੰਨੇ ਕਰਪਟ ਮੰਤਰੀ ਰਹੇ ਨੇ, ਸਭ ਦੀਆਂ ਜਾਂਚਾਂ ਹੋਣਗੀਆਂ। ਮੈਂ ਬਾਰ-ਬਾਰ ਕਹਿ ਰਿਹਾ 2007 ਤੋਂ ਲੈ ਕੇ ਹੋਣਗੀਆਂ, ਚਾਹੇ ਉਹ ਅਕਾਲੀ ਦਲ ਦੇ ਨੇ, ਚਾਹੇ ਭਾਜਪਾ ਦੇ ਨੇ, ਚਾਹੇ ਕਾਂਗਰਸ ਦੇ ਨੇ। ਰਮਨ ਚੰਦੀ ਜੀ ਇੱਕ ਗੱਲ ਐਡ ਕਰ ਦੇਣਾ ਚਾਹੁੰਦਾ, ਤੁਸੀਂ ਕਹਿ ਰਹੇ ਹੋ ਕਿ ਸਭ ਦੀ ਜਾਂਚ ਹੋਵੇਗੀ। 178 ਪੋਸਟਾਂ ਭਰਤੀ ਕਰਨ ਦੇ ਲਈ ਸੈਕਟਰੀਜ਼ ਵੱਲੋਂ ਕਿਹਾ ਗਿਆ ਕਿ ਜੁਆਇੰਟਲੀ ਜਲਦੀ ਭਰਤੀ ਕੀਤੀ ਜਾਵੇ, ਸਿੱਧੀ ਭਰਤੀ ਕੀਤੀ ਜਾਵੇ, ਕਿ ਉਸ ਦੀ ਵੀ ਜਾਂਚ ਹੋਵੇਗੀ। ਕਿਉਂਕਿ ਵਿਜੇ ਸਿੰਗਲਾ ਉਦੋਂ ਮੰਤਰੀ ਸਨ ਜਦੋਂ ਇਹ ਸਭ ਕੁਝ ਹੋਇਆ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਲੱਗਦਾ, ਕਿਉਂਕਿ ਜੇ ਜ਼ਿਆਦਾਤਰ ਦੇਖਿਆ ਜਾਵੇ ਜੇ ਇਹ ਪੋਸਟਾਂ ਜੇ ਭਰੀਆਂ ਜਾਣਗੀਆਂ ਤਾਂ ਪੰਜਾਬ ਤੋਂ ਬਾਹਰੀ ਆਣਗੇ, ਪ੍ਰਾਈਵੇਟ ਆਉਣਗੇ। ਉਹਨਾਂ ਨੂੰ ਕਿਵੇਂ ਵੇਖਦੇ ਹੋ? ਇਸ ਦੀ ਵੀ ਜਾਂਚ ਕਰਦੇ ਹੋ? ਦੇਖੋ ਮਾਨ ਸਾਹਿਬ ਨੇ ਜੇਕਰ ਇਸ ਗੱਲ ਦਾ ਐਲਾਨ ਜੀ ਚਾਂਦੀ ਜੀ, ਆਵਾਜ਼ ਨਹੀਂ ਪਹੁੰਚ ਪਾ ਰਹੀ ਮੇਰੀ। ਚਾਂਦੀ ਜੀ ਸੁਣ ਪਾ ਰਹੇ ਹੋ? ਸੋ ਚਾਂਦੀ ਜੀ ਕਿਸੇ ਤਕਨੀਕੀ ਕਾਰਨ ਕਰਕੇ ਆਵਾਜ਼ ਨਹੀਂ ਆ ਰਹੀ। ਗੁੰਜਲ ਜੀ, ਤੁਸੀਂ ਆਪਣਾ ਪੱਖ ਰੱਖ ਰਹੇ ਸੀ, ਤੁਸੀਂ ਕਿਵੇਂ ਵੇਖਦੇ ਹੋ ਜੋ ਡਾਕਟਰ ਦੇ ਪੇਸ਼ੇ ਨੂੰ ਵੇਖਦੇ ਹੋ, ਕਿੰਨੀ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ?
ਕਿਸੇ ਤਕਨੀਕੀ ਕਾਰਨ ਕਰਕੇ ਗੁੰਜਨ ਜੀ ਕੋਲ ਵੀ ਆਵਾਜ਼ ਨਹੀਂ ਪਹੁੰਚ ਪਾ ਰਹੀ। ਰਮਨ ਚਾਂਦੀ ਜੀ ਸੁਣ ਪਾ ਰਹੇ ਹੋ? ਸੋ ਰਮਨ ਚਾਂਦੀ ਜੀ ਤੱਕ ਆਵਾਜ਼ ਨਹੀਂ ਪਹੁੰਚ ਪਾ ਰਹੀ। ਸੋ ਪ੍ਰਭਜੋਤ ਜੀ ਤੁਹਾਡਾ ਪੱਖ ਜਾਣਨਾ ਚਾਹਾਂਗਾ। ਮੈਂ ਸਵਾਲ ਜੋ ਕਰ ਰਿਹਾ ਸੀਗਾ ਰਮਨ ਚਾਂਦੀ ਜੀ ਨੂੰ ਕਿ 178 ਪੋਸਟਾਂ ਭਰਨ ਦੇ ਲਈ ਹੁਣ ਸਿੱਧੀ ਭਰਤੀ ਹੋਣ ਦੀ ਤਿਆਰੀ ਹੈ। ਸੈਕਟਰੀ ਵੱਲੋਂ ਕਿਹਾ ਗਿਆ ਕਿ ਸਿੱਧੇ ਤੌਰ ਤੇ ਇਹਨਾਂ ਨੂੰ ਭਰਤੀ ਕਰ ਲਿਆ ਜਾਵੇ। ਇਹਨਾਂ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਇਹ ਉਦੋਂ ਹੀ ਸੰਭਵ ਹੋਇਆ ਜਦੋਂ ਵਿਜੇ ਸਿੰਗਲਾ ਮੰਤਰੀ ਸਨ, ਉਹਨਾਂ ਤੇ ਦੋਸ਼ ਲੱਗਦੇ ਨੇ, ਅੰਦਰ ਹੁੰਦੇ ਨੇ, ਉਸ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਜੋ ਗੱਲ ਚੱਲਦੀ ਹੈ ਉਸ ਨੂੰ ਕਿਵੇਂ ਵੇਖਦੇ ਹੋ ਤੇ ਹੁਣ ਕਿਵੇਂ ਵੇਖਦੇ ਹੋ? ਇਹ ਭਰਤੀਆਂ ਨੂੰ ਕਿਵੇਂ ਵੇਖਦੇ ਹੋ? ਜੀ ਪ੍ਰਭਜੋਤ ਜੀ। ਪ੍ਰਭਜੋਤ ਜੀ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਪਾ ਰਹੀ, ਸ਼ਾयद ਕਿਸੇ ਤਕਨੀਕੀ ਕਾਰਨ ਕਰਕੇ। ਜੀ ਪ੍ਰਭਜੋਤ ਜੀ ਹੁਣ ਪਾ ਰਹੇ ਹੋ, ਸੁਣ ਪਾ ਰਹੇ ਹੋ ਮੈਨੂੰ? ਹਾਂਜੀ ਹਾਂਜੀ ਜੀ ਸੁਣ ਪਾ ਰਹੇ ਹਾਂ ਪ੍ਰਭਜੋਤ ਜੀ, ਮੈਂ ਸਵਾਲ ਕਰ ਰਿਹਾ ਸੀ ਰਮਨ ਚਾਂਦੀ ਜੀ ਨੂੰ ਕਿ 178 ਪੋਸਟਾਂ ਸਿੱਧੀਆਂ ਭਰਤੀ ਕੀਤੀ ਜਾਵੇਗੀ। ਉਹਨਾਂ ਪੋਸਟਾਂ ਨੂੰ ਕਿਵੇਂ ਵੇਖਦੇ ਹੋ ਤੁਸੀਂ? ਕਿਉਂਕਿ ਪ੍ਰਾਈਵੇਟੇਸ਼ਨ ਦੇ ਤੌਰ ਤੇ ਬਾਹਰ ਹੀ ਆਣਗੇ ਜੇ ਦੇਖਿਆ ਜਾਵੇ। ਚਾਂਦੀ ਸਾਹਿਬ ਨੇ ਕੀ ਜਵਾਬ ਦਿੱਤਾ ਜੀ ਇਸ ਮਸਲੇ ਦਾ? ਚਾਂਦੀ ਸਾਹਿਬ ਡਿਸਕਨੈਕਟ ਹੋ ਗਏ ਸੀ, ਉਹ ਕਿਸੇ ਆਡੀਓ ਕਾਰਨ ਕਰਕੇ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਪਾ ਰਹੀ ਸੀ। ਉਹਨਾਂ ਨਾਲ ਦੁਬਾਰਾ ਜੁੜਾਂਗੇ। ਜੀ ਆ ਗਏ ਸਰ। ਸਾਫ਼ ਤੇ ਸਪਸ਼ਟ ਗੱਲ ਹੈ ਜੀ। ਜਿੱਦਾਂ ਦੀ ਇਹਨਾਂ ਦੀ ਸਰਕਾਰ ਆਈ ਆ, ਦੇਖੋ ਇਸ ਗੱਲ ਦੀ ਵੀ ਖੁਸ਼ੀ ਮਨਾਈ ਜਾਂਦੇ ਵੀ ਅਸੀਂ ਆਪ ਦਾ ਮੰਤਰੀ ਅੰਦਰ ਦੇਤਾ, ਆਪਦੇ ਘਰ ਦਾ ਤੁਹਾਡਾ ਪਰਿਵਾਰ ਦਾ ਕੋਈ ਜੀ ਤੁਸੀਂ ਚੋਰੀ ਕਰਦਾ ਫੜ ਲਿਆ, ਉਸ ਗੱਲ 'ਚ ਖੁਸ਼ੀ ਹੁੰਦੀ ਵੀ ਸਾਡਾ ਮੁੰਡਾ ਅਸੀਂ ਚੋਰੀ ਕਰਦਾ ਫੜ ਲਿਆ। ਇਹ 'ਚ ਕਿਹੜੀ ਗੱਲ ਹੈ? ਇਹ 'ਚ ਕਿਹੜੀ ਬਾਤ ਨਹੀਂ? ਸਿਹਤ ਸਹੂਲਤਾਂ ਦੀ ਗੱਲ ਕਰਦੇ ਆ। ਦੇਖੋ ਮਾਡਲ ਦਿਖਾਉਂਦੇ ਆ ਜਿਹੜਾ ਫੇਸਬੁੱਕ ਤੇ ਬੜਾ ਸੋਹਣਾ ਮਾਡਲ, ਵਿੱਚ ਕੋਈ ਦੋ ਰਾਏ ਨਹੀਂ। ਦਿੱਲੀ ਦੇ ਵਿੱਚ ਨਾਲ ਚਲੋ, ਜਾ ਕੇ ਉੱਥੇ ਮੁਹੱਲਾ ਕਲੀਨਿਕ ਦਾ ਹੱਲ ਦੇਖੋ ਕੀ ਹਾਲ ਆ। ਹਾਲ ਦੇਖੋ, ਜਿਹੜਾ ਸੂਬਾ ਆਪਦੇ ਸਾਬਕਾ MLA ਨੂੰ ਕਰੋਨਾ ਦੇ ਵਿੱਚ ਆਕਸੀਜਨ ਨਹੀਂ ਪ੍ਰੋਵਾਈਡ ਕਰ ਸਕਿਆ, ਉਹਦੇ ਤੋਂ ਅਸੀਂ ਕੀ ਆਸ ਰੱਖਦੇ ਹਾਂ? ਬਿਹਤਰ ਸਿਹਤ ਸਹੂਲਤਾਂ। ਸਭ ਤੋਂ ਵੱਡੀ ਗੱਲ ਇਹ ਹੈ, ਵਿਚਾਰਾ ਟਵੀਟ ਕਰਦਾ ਰਿਹਾ ਕਿ ਮੈਨੂੰ ਆਕਸੀਜਨ ਨਹੀਂ ਮਿਲ ਰਹੀ, ਮੈਨੂੰ ਬੈੱਡ ਨਹੀਂ ਮਿਲ ਰਿਹਾ, ਵੈਂਟੀਲੇਟਰ ਨਹੀਂ ਮਿਲ ਰਿਹਾ। ਇਹ ਬਚਾ ਨਹੀਂ ਪਾਇਆ ਉਹਨੂੰ ਕਰੋਨਾ ਦੇ ਵਿੱਚ। ਦਿੱਲੀ ਤੁਹਾਡੇ ਰਿਸ਼ਤੇਦਾਰ, ਤੁਹਾਡੇ ਦੋਸਤ ਮਿੱਤਰ ਹੋਣਗੇ, ਪੱਤਰਕਾਰ ਭਰਾ ਹੋਣਗੇ, ਚੈੱਕ ਕਰੋ ਵੀ ਉੱਥੇ ਹਸਪਤਾਲਾਂ ਦੇ ਵਿੱਚ ਬੈੱਡ ਅਵੇਲੇਬਲ ਨਹੀਂ ਸੀ। ਦਿੱਲੀ ਦੇ ਲੋਕ ਆ ਕੇ ਪੰਜਾਬ 'ਚ ਦਾਖਲ ਹੁੰਦੇ ਰਹੇ ਆ, ਪੰਜਾਬ ਦੇ ਹਸਪਤਾਲਾਂ ਜਾ ਕੇ ਦਾਖਲ ਹੁੰਦੇ ਰਹੇ ਆ। ਦਿੱਲੀ ਦੇ ਵਿੱਚ NGOs ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਨੇ, ਉਹਨਾਂ ਨੇ ਆਕਸੀਜਨ ਦੇ ਲੰਗਰ ਲਾ ਕੇ ਲੋਕਾਂ ਦੀ ਜਾਨਾਂ ਬਚਾਈਆਂ। ਸੋ ਇਹ ਸਿਰਫ ਗੱਲਾਂ ਮਾਰਦੇ ਆ ਜੀ। ਜਦੋਂ ਹੁਣ ਕੰਮ ਕਰਨ ਦੀ ਵਾਰੀ ਆਈ ਆ, ਹੁਣ 3 ਮਹੀਨੇ ਇਹਨਾਂ ਨੂੰ ਕੰਮ ਕਰਨ ਦੀ ਵਾਰੀ ਸੀ, ਹੁਣ ਕੀ ਕਰ ਰਹੇ ਆ? ਅਸੀਂ ਫਲਾਣੇ ਦੀ ਜਾਂਚ ਕਰਾਵਾਂਗੇ, ਅਸੀਂ ਧਮਕਾਣੇ। ਜਾਂਚ ਕਰਾਓ ਜੀ, ਸਦਕੇ ਕਰਾਓ, ਕਾਂਗਰਸ ਨੇ ਕਰਾਓ, ਸਾਡੀ ਵੀ ਕਰਾਓ। ਜਿਹੜੇ ਕਰਪਟ ਮੰਤਰੀ ਸੀ, ਜੇ ਉਹਨਾਂ ਦੇ ਖਿਲਾਫ ਕੋਈ ਸਬੂਤ ਚੱਕ ਕੇ ਜੇਲ੍ਹ 'ਚ ਦਿਓ, ਅਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਵਾਲ ਕਰਾਂਗੇ। ਪਰ ਉਸ ਗੱਲ ਦਾ ਪੰਜਾਬ ਦੇ ਜਿਹੜੇ ਆਮ ਲੋਕ ਆ, ਜਿਨ੍ਹਾਂ ਨੇ ਆਸਾਂ ਉਮੀਦਾਂ ਨਾਲ ਤੁਹਾਨੂੰ 92 ਬੰਦਿਆਂ ਨੂੰ MLA ਬਣਾਇਆ, ਉਹਨਾਂ ਦੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਬੱਚਿਆਂ ਦੇ ਖਾਬਾਂ 'ਚ, ਉਹਨਾਂ ਦੇ ਜਿਹੜੇ ਜਵਾਕਾਂ ਦੇ ਭਵਿੱਖ 'ਚ ਕੀ ਫਰਕ ਪਏਗਾ? ਉਸ ਵਾਸਤੇ, ਪੰਜਾਬ ਦੇ ਰੈਵਨਿਊ ਜਨਰੇਟ ਕਰਨ ਵਾਸਤੇ, ਪੰਜਾਬ ਦੇ ਵਿਕਾਸ ਵਾਸਤੇ, ਪੰਜਾਬ ਦੇ ਕੋਈ ਨਵੇਂ ਪ੍ਰੋਜੈਕਟ ਲਿਆਉਣ ਵਾਸਤੇ, ਪੰਜਾਬ ਦਾ ਬ੍ਰੇਨ ਡਰੇਨ ਜੋ ਬਾਹਰਲੇ ਮੁਲਕਾਂ ਵੱਲ ਹੋ ਰਿਹਾ ਉਹਨੂੰ ਰੋਕਣ ਵਾਸਤੇ ਤੁਸੀਂ ਕਿਹੜੇ ਸਾਰਥਕ ਕਦਮ ਚੱਕੇ ਆ? ਤੁਸੀਂ ਉਹਨਾਂ ਦੀ ਗੱਲ ਕਰੋ। ਸਿਰਫ ਜੁਮਲੇਬਾਜ਼ੀ, ਹਵਾਬਾਜ਼ੀ, ਲਿਫਾਫੇਬਾਜ਼ੀ, ਚੋਣਾਂ ਖਤਮ ਹੋ ਗਈਆਂ। ਤੁਸੀਂ ਪੰਜਾਬ ਦੇ ਲੋਕਾਂ ਨੂੰ ਸੱਤਾ ਦੇਤੀ। ਇਟਸ ਟਾਈਮ ਟੂ ਡੂ ਸਮਥਿੰਗ ਫॉर ਪੰਜਾਬ। ਹੁਣ ਕੁਝ ਕਰਕੇ ਦਿਖਾਉਣ ਦੀ ਵਾਰੀ ਆ। ਸਿਰਫ ਗੱਲਾਂ ਨਾਲ ਢਿੱਡ ਨਹੀਂ ਭਰਨਾ, ਕੰਮ ਕਰਨ ਦੀ ਵਾਰੀ ਆ। ਸਿਰਫ ਗੱਲਾਂ ਕਰ, ਉਹਨੂੰ ਚੱਕ ਕੇ ਅੰਦਰ ਦੇ ਦਾਂਗੇ, ਇਹਨੂੰ ਚੱਕ ਕੇ। ਯਾਰ ਆਮ ਬੰਦੇ ਦਾ ਕੀ ਫਾਇਦਾ? ਪੰਜਾਬ ਦੇ ਕਿਸਾਨਾਂ ਵਾਸਤੇ ਦੇਖੋ, ਇਹਨਾਂ ਨੇ ਮੂੰਗੀ ਕਹੀ, ਅਸੀਂ ਦਵਾਂਗੇ ਮੂੰਗੀ ਤੇ MSP। ਅੱਜ ਮੂੰਗੀ ਦੀਆਂ ਟਰਾਲੀਆਂ ਲੈ ਕੇ ਲੋਕ MLA ਦੇ ਘਰਾਂ ਦੇ ਬਾਹਰ ਬੈਠੇ ਆ। ਇਹਨਾਂ ਦੇ ਬਿਆਨ ਸੀਗੇ ਵੀ ਕੋਈ ਧਰਨਾ ਨਹੀਂ ਲੱਗੂਗਾ, ਕੋਈ ਮੁਜ਼ਾਹਰਾ ਨਹੀਂ ਹੋਊਗਾ। ਥਾਂ ਥਾਂ ਦੇ ਧਰਨੇ ਲੱਗੇ ਹੋਏ ਆ। CM ਭਗਵੰਤ ਮਾਨ ਦੇ ਸ਼ਹਿਰ 'ਚ ਧਰਨਾ ਲੱਗਿਆ ਹੈ। ਅੱਜ ਚੋਣਾਂ ਦੇ ਵਿੱਚ ਇਹਨਾਂ ਦੇ MLA ਨੂੰ ਭਜਾਇਆ ਗਿਆ ਪਿੰਡਾਂ ਦੇ ਵਿੱਚ। ਸੋ ਲੋਕ ਕਿੰਨੇ ਫਰਸਟ੍ਰੇਟ ਆ, ਕਿੰਨੇ ਗੁੱਸੇ 'ਚ ਆ ਵੀ ਅਸੀਂ ਇੱਕ ਆਸ ਉਮੀਦ ਨਾਲ ਸਾਰੇ ਪਾਸਿਓਂ ਪਰੇ ਹੋ ਕੇ ਇਹਨਾਂ ਨੂੰ ਵੋਟ ਪਾਈ ਤੇ ਇਹਨਾਂ ਨੇ ਕੀ ਕੀਤਾ? ਸਾਡੇ ਨਾਲ ਠੱਗੀ ਮਾਰੀ। ਸੋ ਇਹ ਠੱਗੀ ਦਾ ਜਵਾਬ ਲੋਕ ਤੁਹਾਨੂੰ ਦੇਣਗੇ। ਆਸ ਕਰਦਾ ਵੀ ਇਹਨਾਂ ਚੀਜ਼ਾਂ ਤੋਂ ਪਾਸੇ ਹੋ ਕੇ ਪੰਜਾਬ ਦੇ ਭਵਿੱਖ ਵਾਸਤੇ ਕੁਝ ਕਰੋ। ਸਿਰਫ ਗੱਲਾਂ ਨਾਲ ਚਾਂਦੀ ਜੀ ਤੁਹਾਡੇ ਵੱਲੋਂ, ਤੁਹਾਡੇ ਪਾਰਟੀ ਲੀਡਰਾਂ ਵੱਲੋਂ ਕੁਝ ਨਹੀਂ ਹੋਣਾ। ਗੱਲਾਂ ਨਾਲ ਪੰਜਾਬ ਦੇ ਲੋਕਾਂ ਦਾ ਢਿੱਡ ਨਹੀਂ ਭਰਨਾ। ਠੀਕ ਹੈ। ਗੁੰਜਨ ਸਹਿਗਲ ਜੀ, ਤੁਹਾਡਾ ਪੱਖ ਵੀ ਜਾਣ ਲੈਂਦੇ ਆ। ਪਹਿਲਾਂ ਕਿਸੇ ਤਕਨੀਕੀ ਕਾਰਨ ਕਰਕੇ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਪਾ ਰਹੀ ਸੀ। ਤੁਸੀਂ ਕਿਵੇਂ ਵੇਖਦੇ ਹੋ ਸਰਕਾਰਾਂ ਦੇ ਦੌਰ ਨੂੰ? ਕਿਵੇਂ ਵੇਖਦੇ ਹੋ? ਇੱਕ ਪ੍ਰੈਸ਼ਰਾਈਜ਼ ਹੈ ਡਾਕਟਰਸ ਦੇ ਉੱਤੇ, ਅਸੀਂ ਸਮਝ ਸਕਦੇ ਹਾਂ ਕਿਉਂਕਿ ਗਿਣਤੀ ਬਹੁਤ ਘੱਟ ਹੈ। ਕਿਵੇਂ ਡੀਲ ਕਰ ਸਕਦੇ ਹੋ ਤੁਸੀਂ ਪੇਸ਼ੈਂਟਸ ਦੇ ਨਾਲ? ਕਿਵੇਂ ਦਾ ਸਿਚੁਏਸ਼ਨ ਇਸ ਸਮੇਂ ਹੈਂਡਲ ਹੋ ਰਿਹਾ? ਜੀ ਪੇਸ਼ੈਂਟ ਦੇ ਤੁਸੀਂ ਆਪ ਬਹੁਤ ਡਬਲ ਆਪਾਂ ਇਹ ਕਰੋ ਤੇ ਡਾਕਟਰ ਬਹੁਤ ਵਾਰ
ਮੈਡਮ ਆਵਾਜ਼ ਨਹੀਂ ਬਿਲਕੁਲ ਆ ਰਹੀ। ਗੁੰਜਨ ਜੀ ਤੁਹਾਡੀ ਆਵਾਜ਼ ਨਹੀਂ ਆ ਪਾ ਰਹੀ, ਮੈਨੂੰ ਸਹੀ ਆਵਾਜ਼ ਨਹੀਂ ਤੁਹਾਡੀ ਆ ਰਹੀ, ਤੁਹਾਡੀ ਆਵਾਜ਼ ਦੇ ਵਿੱਚ ਕ੍ਰੈਕਸ ਆ ਰਹੇ ਨੇ। ਇੱਕ ਵਾਰੀ ਦੁਬਾਰਾ ਟਰਾਈ ਕਰਕੇ ਦੇਖੋ उतार लो, ईयरफोन से उतार लो, सीधी आवाज दो जी। नहीं जी गुंजन जी, ਇਹਨਾਂ ਦਾ ਪੱਖ ਰੱਖਣਾ ਬੜਾ ਜ਼ਰੂਰੀ ਹੈ। जी मैं कहना चाह रही हूँ कि डॉक्टर्स ਜਿਹੜੇ ਹੈ ਉਹ ਡਬਲ ਸ਼ਿਫਟ ਤੇ ਕੰਮ ਕਰ ਰਹੇ ਆ। ਸਾਨੂੰ ਇਹ ਕਮੀ ਲੱਗਦੀ ਹੈ ਕਿ ਜੋ ਪੁਰਾਣੇ ਡਾਕਟਰ ਨੇ ਜਿਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ, ਇੱਕ ਤਾਂ ਉਹਨਾਂ ਨੂੰ ਪੱਕੇ ਕੀਤਾ ਜਾਵੇ ਕਿਉਂਕਿ ਉਹਨਾਂ ਨੇ खूब मेहनत की है। नर्सिस ने डॉक्टर्स ने पर उन्होंने बहुत सेवा की है, बहुत दिन रात उन्होंने काम किया बिना अपनी ब्रेक लए किसी भी तरीके दी। मॉर्निंग शिफ्ट, नाइट शिफ्ट 10-10 घंटे की सवेरे, 14-14 घंटे की रात को शिफ्ट होंदी सी। ठीक है, सब ने पूरा काम पूरी मेहनत की है, बट स्टिल जे वेख्या जावे सैलरी पक्षों तो सानू सैलरी कुछ नहीं की, कोई ओवर टाइम सानू पेड नहीं गा। सरकारां वालों सानू कोई इदां दी फाइनैंशियल सपोर्ट नहीं। जे असीं पढ़ाई करन जाने आ, साडा 50 ਤੋਂ 70 ਲੱਖ ਤੁਸੀਂ ਕਹਿ ਰਹੇ ਹੋ ਕਿ ਖਰਚਾ ਆਂਦਾ ਤਾਂ ਫਿਰ ਕਿਉਂ ਡਾਕਟਰਸ ਜਿਹੜੇ ਹੈ 30,000 ਦੀ ਸੈਲਰੀ ਦੇ ਉੱਤੇ ਰਿਲਾਈ ਕਰਕੇ ਉਹ ਕਦੋਂ ਤੱਕ ਆਪਣਾ ਖਰਚਾ ਜਿਹੜਾ ਖੂਰਾ ਕਰੇ? ਉਹ ਮਤਲਬ ਉਹਨੂੰ ਇੱਕ ਪੂਰਾ ਲਾਈਫ ਟਾਈਮ ਲੱਗ ਜਾਏਗਾ। ਔਰ ਉਸ ਦੇ ਬਾਅਦ ਵੀ ਜੇ ਵੇਖਿਆ ਜਾਵੇ ਤਾਂ ਸਿਰਫ ਇਹ ਕੰਟਰੋਵਰਸੀਜ਼ ਹੀ ਰਹਿ ਜਾਂਦੀਆਂ ਜੀ। ਪਿਛਲੀ ਸਰਕਾਰ ਨੇ ਐਵੇਂ, ਅਗਲੀ ਸਰਕਾਰ ਨੇ, ਇਹਦੇ ਵਿੱਚ ਡਾਕਟਰ ਦਾ ਕੋਈ ਬੈਨੀਫਿਟ ਨਹੀਂ ਹੋ ਔਰ ਡਾਕਟਰ ਤੇ ਪੇਸ਼ੈਂਟ ਦਾ ਜੋ ਰਿਲੇਸ਼ਨ ਹੈ ਉਹ ਅੱਛਾ ਨਹੀਂ ਮੇਨਟੇਨ ਹੋ ਪਾਉਂਦਾ। ਸਰਕਾਰੀ ਹਸਪਤਾਲ ਦੀ ਗੱਲ ਕਰੀਏ, ਬੈਡਸ ਨਹੀਂ ਪ੍ਰੋਵਾਈਡ ਹੁੰਦੇ ਜਾਂ ਕੋਈ ਅੱਛੀ ਉਹਨਾਂ ਨੂੰ ਫੈਸਿਲਿਟੀ ਨਹੀਂ ਮਿਲਦੀ ਪੇਸ਼ੈਂਟ ਨੂੰ। ਕਿ ਹਮੇਸ਼ਾ ਡਾਕਟਰ ਜੋ ਹੈ, ਅਗਰ ਤੁਸੀਂ ਪਿੱਛੇ ਸੁਣਿਆ ਹੋਏਗਾ ਬਹੁਤ ਸਾਰੇ ਡਾਕਟਰਸ ਤੇ ਅਟੈਕ ਹੁੰਦੇ ਆ ਪੇਸ਼ੈਂਟਸ ਦੇ ਥਰੂ। ਠੀਕ ਹੈ, ਤਾਂ ਉਹਦੇ ਵਿੱਚ ਵੀ ਸਰਕਾਰਾਂ ਸਾਨੂੰ ਸਪੋਰਟ ਨਹੀਂ ਕਰਦੀਆਂ। ਇਹ ਉਦੋਂ ਨਹੀਂ ਕਿਹਾ ਜਾਂਦਾ ਵੀ ਜੀ ਇਹ ਡਿਊ ਟੂ ਦਾ ਹੈਲਥ ਸਿਸਟਮ ਦਾ ਸਾਡਾ ਲੈਕ ਹੈ। ਇੱਥੇ ਸਾਡਾ ਪੂਰਾ ਹੈਲਥ ਸਿਸਟਮ ਸ਼ਟ ਡਾਊਨ ਹੋ ਜਾਂਦਾ ਹੈ ਜੀ। ਡਾਕਟਰਸ ਦੀ ਸਪੋਰਟ ਲਈ ਨਹੀਂ ਅਵੇਲੇਬਲ ਹੈ ਜੀ। ਸ਼ੈਕਲ ਜੀ ਬਹੁਤ ਬਹੁਤ ਧੰਨਵਾਦ। ਚਾਂਦੀ ਜੀ ਜਵਾਬ ਦੇ ਦਿਓ, ਪ੍ਰਭਜੋਤ ਜੀ ਨੇ ਵੀ ਸਵਾਲ ਚੁੱਕਿਆ ਸੀ ਤੇ ਗੁੰਜਲ ਜੀ ਵੱਲੋਂ ਵੀ ਇੱਕ ਸਵਾਲ ਚੁੱਕ ਦਿੱਤਾ ਗਿਆ ਕਿ ਡਾਕਟਰਸ ਦੀ ਸਪੋਰਟਸ ਕਿਤੇ ਨਹੀਂ ਹੈ। ਡਾਕਟਰਸ ਦੇ ਨਾਲ ਪੇਸ਼ੈਂਟ ਜਿਸ ਤਰ੍ਹਾਂ ਦੀ ਘਟਨਾਵਾਂ ਅਸੀਂ ਸੀਸੀਟੀਵੀਜ਼ ਦੇਖਦੇ ਹਾਂ, ਕਿਤੇ ਨਾ ਕਿਤੇ ਤੋਂ ਖਬਰ ਆਈ ਜਾਂਦੀ ਹੈ। ਅੱਜ ਵੀ ਜੇ ਮੈਂ ਗੱਲ ਕਰਾਂ, ਮੋਗੇ ਦੇ ਵਿੱਚ ਇੱਕ ਪੇਸ਼ੈਂਟ ਦੇ ਉੱਤੇ ਅਟੈਕ ਹੋਇਆ, ਉਹ ਅਟੈਕ ਡਾਕਟਰ ਦੇ ਉੱਤੇ ਵੀ ਹੋ ਸਕਦਾ ਸੀ। ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ, ਕਿਵੇਂ ਰਿਲਾਈਵ ਕਰੋਗੇ ਇਸ ਚੀਜ਼ ਤੋਂ, ਕਿਵੇਂ ਕੱਢੋਗੇ ਡਾਕਟਰਸ ਨੂੰ, ਕਿਉਂਕਿ ਡਾਕਟਰਸ ਦੀ ਵੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਚਰਨਜੀਤ ਜੀ, ਪਹਿਲਾਂ ਤਾਂ ਮੈਂ ਅਕਾਲੀ ਦਲ ਦੇ ਵੀਰ ਦਾ ਮੇਰੇ ਦਾ ਜਵਾਬ ਦੇ ਦਿੰਦਾ ਕਿ ਮੈਂ ਇਹੀ ਗੱਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਮੇਰੇ ਛੋਟੇ ਵੀਰ ਗੁੱਸਾ ਨਾ ਕਰਿਓ, ਪੰਜਾਬ ਨੂੰ ਹਨੇਰੇ 'ਚ ਧੱਕਣ ਵਾਲੇ ਅੱਜ ਪੰਜਾਬ ਨੂੰ ਤਰੱਕੀਆਂ ਤੇ ਰਾਹਾਂ ਤੇ ਲਿਆਉਣ ਦੀ ਗੱਲ ਕਰ ਸਕਦੇ ਆ ਕਿਤੇ? ਮੈਨੂੰ ਪਹਿਲਾਂ ਇਸੇ ਗੱਲ ਦਾ ਜਵਾਬ ਦੇ ਦਿਓ। ਜੇ ਆਪਣਾ ਕੋਈ ਘਰ ਦਾ ਮੁਖੀ ਆਪਣੇ ਘਰ ਨੂੰ ਡੋਬ ਦੇ ਤਾਂ ਆਪਾਂ ਉਸ ਨੂੰ ਮੌਕਾ ਦਿੰਨੇ ਆ ਦੁਬਾਰਾ। ਇਸ ਗੱਲ ਨੂੰ ਲੈ ਕੇ ਆਪਾਂ ਨਾ ਬਾਰ-ਬਾਰ ਉਸ ਦਿੱਲੀ 'ਚ ਇਹਨਾਂ ਨੇ ਕੁਝ ਨਹੀਂ ਕੀਤਾ, ਅਸੀਂ ਤਾਂ ਕਹਿੰਦੇ ਹਾਂ ਤੁਸੀਂ ਆ ਕੇ ਸਾਡਾ ਸਾਥ ਦਿਓ। ਆਮ ਆਦਮੀ ਪਾਰਟੀ ਇੱਕ ਓਪਨ ਖੁੱਲੀ ਕਿਤਾਬ ਹੈ। ਉਹ ਆਮ ਆਦਮੀ ਪਾਰਟੀ ਖੁੱਲ ਕੇ ਇਹ ਗੱਲ ਚੈਲੰਜ ਵੀ ਕਰਦੀ ਹੈ ਔਰ ਹਾਕ ਵੀ ਮਾਰਦੀ ਹੈ ਵਿਰੋਧੀ ਪਾਰਟੀਆਂ ਨੂੰ ਕਿ ਆਓ ਟੇਬਲ ਤੇ ਬੈਠ ਕੇ ਸਾਨੂੰ ਸਾਡਾ ਸਾਥ ਦਿਓ। ਤੁਸੀਂ ਇਹ ਸਮਝੀ ਦੱਸੋ ਕਿੱਥੇ ਕੀ ਗਲਤੀ ਹੋਈ ਹੈ ਪਿਛਲੀਆਂ ਸਰਕਾਰਾਂ ਤੋਂ? ਆਮ ਆਦਮੀ ਪਾਰਟੀ ਇੱਕੋ ਗੱਲ ਤੇ ਬਣੀ ਹੈ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੁਝ ਕਰਕੇ ਜਾਣਾ ਹੈ। ਆਮ ਆਦਮੀ ਪਾਰਟੀ ਆਪਣੇ ਲੀਡਰਾਂ ਦੇ ਹਿੱਤਾਂ 'ਚ ਕੁਝ ਨਹੀਂ ਕਰੇਗੀ। ਜੇਕਰ ਮੈਂ ਫਿਰ ਤੁਹਾਨੂੰ ਬਾਰ-ਬਾਰ ਕਹਿੰਦਾ ਬਟ 91 ਵਿਧਾਇਕਾਂ ਦੇ ਵਿੱਚੋਂ 91 ਹੀ 90 ਰਹਿ ਗਏ ਹੁਣ ਤਾਂ 90 ਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਵਿਧਾਇਕ ਜਾਂ ਕੋਈ ਮੰਤਰੀ ਜਾਂ ਕੋਈ ਲੀਡਰ ਇਸ ਤਰ੍ਹਾਂ ਦਾ ਲੱਗਦਾ ਕੋਈ ਕਰਪਸ਼ਨ ਆ, ਤੁਹਾਡੇ ਕੋਲ ਸਬੂਤ ਨੇ। ਜੇਕਰ ਮਾਨ ਸਾਹਿਬ ਕਾਰਵਾਈ ਨਾ ਕਰਨ ਤਾਂ ਮੇਰਾ ਨਾਮ ਹਟਾ ਦਿਓ ਤੁਸੀਂ, ਮੈਂ ਆਮ ਆਦਮੀ ਪਾਰਟੀ ਛੱਡ ਦਿਓ। ਇਸ ਤੋਂ ਵੱਧ ਮੈਂ ਵਾਅਦਾ ਨਹੀਂ ਕਰ ਸਕਦਾ, ਲੇਕਿਨ ਗੱਲਾਂ ਨਾਲੋਂ ਸਬੂਤ ਲੈ ਕੇ ਬੈਠੋ ਕਿ ਆਮ ਆਦਮੀ ਪਾਰਟੀ ਇੱਥੇ ਆ ਕੁਝ ਕਰ ਰਹੀ ਹੈ ਤਾਂ ਫਾਇਦਾ। ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ। ਮੈਂ ਅੱਜ ਬਲੇਮ ਲਾ ਰਿਹਾ ਕਿ ਇੱਥੇ ਕਰਪਸ਼ਨ ਹੋਈ ਹੈ। ਮੈਂ ਪਾਰਟੀ ਦੇ ਵਿੱਚ ਆ, ਕਿਤੇ ਨਾ ਕਿਤੇ ਮੇਰੇ ਕੋਲ ਇਨਪੁਟ ਆ ਕਿੱਥੇ ਕੀ ਹੋਇਆ ਪਹਿਲਾਂ, ਕਿੱਥੇ ਕੀ ਕਾਰਵਾਈ ਹੋ ਸਕਦੀ ਹੈ, ਕਿਹੜੀ ਜਾਂਚ ਮਾਨ ਸਰਕਾਰ ਅੱਗੇ ਵਧਾਊਗੀ। ਉਹ ਸਾਰੀਆਂ ਚਾਹੇ ਸਾਡਾ ਹੀ ਕੋਈ ਹੋਵੇ, ਆਉਣ ਵਾਲੇ ਸਮੇਂ 'ਚ ਵੀ ਇਹੀ ਕੁਝ ਹੋਣਾ, 5 ਸਾਲ ਇਹੀ ਕੁਝ ਚੱਲਦਾ ਰਹਿਣਾ। ਲੇਕਿਨ ਆਪਾਂ ਪੰਜਾਬ ਦੇ ਲੋਕਾਂ ਲਈ ਇਹ ਤਾਂ ਸੋਚੀਏ ਇੱਕ ਵਾਰੀ। ਆਪਾਂ ਤਾਂ ਬੁਲਾ ਰਹੇ ਆ, ਤੁਸੀਂ ਬੁਲਾ ਰਹੇ ਹੋ ਮੇਰੇ ਵਾਂਗੂ, ਤੁਸੀਂ ਜੋ ਕੋਈ ਪਾਰਟੀ ਨੇ ਕਹਿ ਦੇਣਾ, ਲੇਕਿਨ ਜਿਹੜੇ ਉਹ ਲੀਡਰ ਆਪਣੇ ਮਹਿਲ ਖੜੇ ਕਰਕੇ ਪੰਜਾਬ ਨੂੰ ਵਿਸਾਰ ਕੇ ਆਪਾਂ ਉਹਨਾਂ ਵੱਲ ਵੀ ਸੋਚੀਏ ਕਿ ਉਹ ਪਹਿਲਾਂ ਕੀ ਸੀ। ਜੇਕਰ ਤੁਸੀਂ ਪਿਛਲੇ 20 ਸਾਲ ਤੋਂ ਪਾਰਟੀ ਨਾਲ ਜੁੜੇ ਹੋ, 30 ਤੋਂ ਜੁੜੇ ਹੋ, ਕੁਛ ਨਾ ਕੁਛ ਤਾਂ ਦੇਖਿਆ ਹੋਊਗਾ ਕਿ ਉਹ ਵਿਧਾਇਕ ਉਹ ਮੰਤਰੀ ਕਿੱਥੇ ਸੀ ਯਾਰ। ਅੱਜ 20 ਸਾਲਾਂ ਬਾਅਦ ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ। ਮੈਂ ਪੂਰਾ ਹਰ ਵਾਰ ਡਿਬੇਟ ਦੇ ਵਿੱਚ ਦਾਅਵੇ ਨਾਲ ਕਹਿਣਾ ਕਿਉਂਕਿ ਮੈਂ ਵੀ ਕਾਂਗਰਸ 'ਚੋਂ ਗਿਆ। ਮੈਂ ਜ਼ਮਾਂਤਰੂ, ਮੈਂ ਤੀਸਰੀ ਪੀੜ੍ਹੀ 'ਚ ਕਾਂਗਰਸ 'ਚ ਸੀ। ਮੈਂ ਦੇਖਿਆ ਕਿਹੜੇ ਪਰਿਵਾਰ ਕਿਹੜੇ ਲੀਡਰ ਕਿਸ ਤਰ੍ਹਾਂ ਕੀ ਕਰਦੇ ਨੇ। ਸੋ ਇਹ ਸਾਰਾ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖ ਕੇ ਇਸ ਡਿਬੇਟਾਂ ਦੇ ਵਿੱਚ ਕਹਿ ਰਿਹਾ ਕਿ ਕਿਵੇਂ ਕਰਪਸ਼ਨ ਹੁੰਦੀ ਹੈ। ਮੈਂ ਬਾਈ ਨੇਮ ਵੀ ਕਹਿ ਸਕਦਾ ਕਿ ਕਿਹੜੇ ਕਾਂਗਰਸੀ ਲੀਡਰ ਕਿਸ ਤਰ੍ਹਾਂ ਅਕਾਲੀ ਦਲ ਵਾਲੇ ਲੀਡਰ ਆਪਸ 'ਚ
ਜਿਹਨੂੰ ਅਨਐਥੀਕਲ ਹਿਡਨ ਅਲਾਈਅੰਸ ਕਹਿੰਦੇ ਨੇ। ਕਿਉਂ ਆਪਾਂ ਪੰਜਾਬ ਨੂੰ ਲੁੱਟਦੇ ਆ ਯਾਰ? ਨਾ, ਬਿਲਕੁਲ ਨਹੀਂ। ਜੇਕਰ ਸਾਡਾ ਕੋਈ ਲੁੱਟਦਾ ਤਾਂ ਉਹ ਕਾਰਵਾਈ ਦਾ ਹੱਕਦਾਰ ਆ ਔਰ ਕਾਰਵਾਈ ਉੱਤੇ ਹੋ ਕੇ ਰਹੇਗੀ। ਸੋ ਪੰਜਾਬ ਨੂੰ ਆਪਾਂ ਨਾ ਉਜਾੜੀਏ। ਕਿਸ ਤਰ੍ਹਾਂ ਪੰਜਾਬ ਹੋਇਆ ਪਿਆ, ਜਿਹੜੀ ਆਪਾਂ ਅੱਜ ਨਸ਼ੇ ਦੀ ਗੱਲ ਕਰਦੇ ਆ, ਯਾਰ ਦੱਸੋ ਤੁਸੀਂ ਮੈਨੂੰ, ਆਮ ਆਦਮੀ ਪਾਰਟੀ ਪਹਿਲੀ ਵਾਰ ਸਰਕਾਰ ਬਣਾ ਰਹੀ ਹੈ, ਕੀ ਇਹ ਦੇਣ ਆਮ ਆਦਮੀ ਪਾਰਟੀ ਦੀ ਆ? ਕੀ ਗੈਂਗਸਟਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਦਿੱਤੇ ਨੇ? ਸੋ ਇਹ ਅੱਜ ਵੀ ਮਾਹੌਲ ਖਰਾਬ ਕਰਨ ਲਈ, ਮੈਂ ਨਹੀਂ ਕਹਿੰਦਾ ਕਿ ਵਿਰੋਧੀ ਪਾਰਟੀ ਦੇ ਵਿੱਚ ਸਾਰੇ ਲੀਡਰ ਖਰਾਬ ਨੇ, ਕਿਤੇ ਨਾ ਕਿਤੋਂ ਇਸ ਗੱਲ ਦੇ ਵਿੱਚ ਜ਼ਰੂਰ ਉਹਨਾਂ ਦੇ ਅੰਦਰ ਅਚਪੀ ਲੱਗੀ ਪਈ ਆ ਕਿ ਆਪਾਂ ਆਮ ਆਦਮੀ ਪਾਰਟੀ ਨੂੰ ਬਾਕੀ ਸੂਬਿਆਂ ਦੇ ਵਿੱਚ ਪੈਰ ਪਸਾਰਨ ਤੋਂ ਰੋਕੀਏ। ਉਹ ਰੋਕਾਂਗੇ ਤਾਂ ਜੇ ਪੰਜਾਬ 'ਚ ਮਾਹੌਲ ਖਰਾਬ ਹੋਊਗਾ। ਕਿਤੇ ਨਾ ਕਿਤੇ ਸਾਰਾ ਕੁਝ ਇਹਨਾਂ ਦਾ ਹੀ ਦਿੱਤਾ ਹੋਇਆ ਯਾਰ, ਆਮ ਆਦਮੀ ਇਹ ਸਾਰਾ ਕੁਝ। ਮਾਨ ਸਰਕਾਰ ਕਦੋਂ ਚਾਹੂਗੀ? ਮੈਨੂੰ ਇਹ ਦੱਸੋ ਤੁਸੀਂ ਕਿ ਸਾਡੀ ਸਰਕਾਰ ਦੇ ਉੱਤੇ ਇਸ ਗੱਲ ਦੇ ਬਲੇਮ ਲੱਗਣ ਕਿ ਪੰਜਾਬ 'ਚ ਮਾਹੌਲ ਖਰਾਬ ਆਮ ਆਦਮੀ ਪਾਰਟੀ ਕਰ ਰਹੀ ਹੈ। ਜੇਕਰ ਤੁਹਾਡੀ ਸਰਕਾਰ ਹੁੰਦੀ, ਤੁਸੀਂ ਕਦੇ ਚਾਹੁੰਦੇ ਹੋ? ਇਹ ਸਾਰੇ ਸ਼ਰਾਰਤੀ ਅੰਸਰ ਹੁੰਦੇ ਨੇ ਜੋ ਕੁਝ ਇੱਥੇ ਕਰਾਉਂਦੇ ਨੇ। ਉਹਨਾਂ ਨੂੰ ਨੱਥ ਪਾਈਏ, ਨੱਥ ਪਾ ਕੇ ਆਪਾਂ ਪੰਜਾਬ ਦੇ ਲੋਕਾਂ ਨੂੰ ਸੁਚੱਜੇ ਢੰਗ ਨਾਲ ਜ਼ਿੰਦਗੀ ਜੀਣ ਦਈਏ, ਤਾਂ ਹੀ ਆਪਣਾ ਇਸ ਸਿਆਸਤ ਦੇ ਵਿੱਚ ਆਉਣ ਦਾ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ। ਜੇ ਆਪਾਂ ਆਪਣੇ ਘਰੇ ਭਰਨੇ ਨੇ, ਆ ਮੇਰਾ ਘਰ ਦੇਖ ਲਿਓ ਆ ਕੇ, ਪਹਿਲਾਂ ਵੀ ਉਹੀ ਸੀ, ਹੁਣ ਵੀ ਉਹੀ ਆ ਤੇ 5 ਸਾਲ ਬਾਅਦ ਵੀ ਉਹੀ ਰਹਿਣਾ। ਜੇਕਰ ਉਹਦੇ ਤੇ ਕੁਝ ਲੱਗੂਗਾ ਤਾਂ ਮੇਰੀ ਆਪਣੀ ਨੇਕ ਨੀਅਤ, ਮੈਂ ਇੱਕ ਛੋਟੇ ਜਿਹੇ ਕਿਸਾਨ ਦੇ ਪਰਿਵਾਰ ਚੋਂ ਨਾ, ਉਹੀ ਲੱਗੇਗਾ। ਬਿਲਕੁਲ ਅਸੀਂ ਮਹਿਲ ਨਹੀਂ ਆਪਣੇ ਵਿਸਾਰ ਨੇ। ਜੇਕਰ ਸਾਡੇ ਮਹਿਲ ਵਿਸਾਰੇ ਗਏ ਤਾਂ ਸਾਨੂੰ ਆਹ ਰਵਾਇਤੀ ਪਾਰਟੀਆਂ ਛੱਡ ਕੇ ਫਿਰ ਸਾਨੂੰ ਆਮ ਆਦਮੀ ਪਾਰਟੀ ਚ ਆਉਣ ਦੀ ਕੋਈ ਜ਼ਰੂਰਤ ਨਹੀਂ ਸੀ। ਰਮਨ ਚੰਦ ਜੀ ਇੱਕ ਸਵਾਲ ਹੋਰ ਕਰ ਦਿੰਦਾ, ਰਮਨ ਚੰਦ ਜੀ ਰੋਕਣਾ ਚਾਹੂੰਗਾ, ਇੱਕ ਸਵਾਲ ਹੋਰ ਕਰ ਦੇਣਾ। ਜਿਸ ਤਰ੍ਹਾਂ ਹੁਣ ਕਿਹਾ ਜਾਂਦਾ ਹੈ ਕਿ ਇਹ ਪਾਰਟੀਆਂ ਇਹ ਕਰ ਰਹੇ ਨੇ, ਇਹ ਪਾਰਟੀਆਂ ਇਹ ਕਰਦੇ ਨੇ, ਪਿੱਛੋਂ ਮਾਹੌਲ ਇਹ ਚੱਲਦਾ ਆਇਆ। ਜਿਹੜੀ ਚੀਜ਼ ਅਕਾਲੀ ਦਲ ਕਰਦੀ ਸੀ ਉਸ ਨੂੰ ਕਾਂਗਰਸ ਬੰਦ ਕਰ ਦਿੰਦੀ ਸੀ, ਕਾਂਗਰਸ ਚਲਾਉਂਦੀ ਸੀ ਅਕਾਲੀ ਦਲ ਬੰਦ ਕਰ ਦਿੰਦਾ ਸੀ, ਚੱਲਦਾ ਇਹੀ ਕੁਝ ਆਇਆ। ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਇਆ। ਪਰੰਤੂ ਅਸੀਂ ਸਿਹਤ ਸੇਵਾਵਾਂ ਨੂੰ ਲੈ ਕੇ ਕਿਤੇ ਨਾ ਕਿਤੇ ਧਰਨਾ ਕਿਉਂ ਨਹੀਂ ਕੀਤਾ ਅੱਜ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਸਿਹਤ ਸੇਵਾਵਾਂ ਨੂੰ ਲੈ ਕੇ ਕਿਤੇ ਵੀ ਪ੍ਰੋਟੈਸਟ ਨਹੀਂ ਕੀਤਾ। ਨਾ ਹੀ ਉਹਨਾਂ ਨੇ ਇਹ ਕਿਹਾ ਕਿ ਸਿਹਤ ਸੇਵਾਵਾਂ ਦੇ ਵਿੱਚ ਜਿਹੜੀ ਡੁਪਲੀਕੇਸੀ ਆ ਰਹੀ ਹੈ, ਜਿਹੜੀ ਪ੍ਰਾਈਵੇਟੇਸ਼ਨ ਕੀਤਾ ਹੋਇਆ ਹੈ ਕਾਫੀ ਹੱਦ ਤੱਕ, ਕਾਫੀ ਜ਼ਿਆਦਾ ਖਾਣ ਦੇ ਵਿੱਚ ਡੁਪਲੀਕੇਸੀ ਆ ਰਹੀ, ਉਹਨਾਂ ਨੂੰ ਲੈ ਕੇ ਕਿਉਂ ਨਹੀਂ ਪਾਰਟੀ ਲੈਵਲ ਤੇ ਇੱਕ ਸਟਰੋਂਗ ਲੈਵਲ ਬਣਦਾ, ਇੱਕ ਸਹਿਮਤੀ ਸਰਬਸੰਮਤੀ ਮੀਟਿੰਗ ਕਿਉਂ ਨਹੀਂ ਬੁਲਾਈ ਜਾਂਦੀ ਇਸ ਨੂੰ ਲੈ ਕੇ? ਦੇਖੋ, ਪਹਿਲੀ ਗੱਲ ਤਾਂ ਸਰਕਾਰਾਂ ਦੇ ਅਖਤਿਆਰ 'ਚ ਸਾਰਾ ਕੁਝ ਹੁੰਦਾ ਹੈ। ਜੋ ਮੌਜੂਦਾ ਸਰਕਾਰ ਹੈ ਉਹਨੇ ਸਾਰਾ ਕੁਝ ਦੇਖਣਾ ਹੁੰਦਾ ਹੈ। ਸਾਡੇ ਉਸ ਸਮੇਂ ਦੇ ਵਿਰੋਧੀ ਧਿਰ ਦੇ ਲੀਡਰ ਮਾਨਯੋਗ ਹਰਪਾਲ ਚੀਮਾ ਜੀ ਨੇ, ਮੈਂ ਤੁਹਾਨੂੰ ਅਗਲੀ ਡਿਬੇਟ ਦੇ ਵਿੱਚ ਕੱਢ ਕੇ ਵੀ ਲਿਆ ਦੂੰਗਾ, 2 ਜਾਂ 3 ਵਾਰ ਪੰਜਾਬ ਸਰਕਾਰ ਨੂੰ ਲਿਖਿਆ ਸੀ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਆਹ ਕੁਝ ਹੋ ਰਿਹਾ, ਇਹਦੀ ਜਾਂਚ ਹੋਣੀ ਚਾਹੀਦੀ ਹੈ, ਉਹਨੂੰ ਤੁਸੀਂ ਨਿਸ਼ਚਿਤ ਬਣਾਓ। ਲੇਕਿਨ ਉਹ ਨਹੀਂ ਹੋ ਸਕੀ। ਹਾਂ, ਇਸ ਗੱਲ ਦਾ ਮੈਨੂੰ ਜ਼ਰੂਰ ਖਦਸ਼ਾ ਹੈ ਕਿ ਇਸ ਵਿਸ਼ੇ ਦੇ ਉੱਤੇ ਵਿਰੋਧੀ ਧਿਰ ਦੇ ਵਜੋਂ ਸਾਨੂੰ ਧਰਨਾ ਲਾਉਣਾ ਚਾਹੀਦਾ ਸੀ। ਇਸ ਗੱਲ ਦਾ ਮੈਨੂੰ ਜ਼ਰੂਰ ਇਲਮ ਆਪਣੇ ਮਨ ਦੇ ਵਿੱਚ ਉਹ ਰਹੇਗਾ ਕਿ ਜੇਕਰ ਮਜ਼ਬੂਤੀ ਨਾਲ ਵਿਰੋਧੀ ਧਿਰਾਂ ਮਜ਼ਬੂਤੀ ਨਾਲ ਹੋਣ ਤਾਂ ਮੌਜੂਦਾ ਸਰਕਾਰਾਂ ਵੀ ਸਹੀ ਦਿਸ਼ਾ ਵੱਲ ਚੱਲਦੀਆਂ ਨੇ। ਸੋ ਇਹ ਸੰਵਿਧਾਨ ਦੇ ਵਿੱਚ ਜਦੋਂ ਵਿਰੋਧੀ ਧਿਰ ਬਣਾਈ ਹੈ ਤਾਂ ਬੜਾ ਸੋਚ ਸਮਝ ਕੇ ਸਾਡੇ ਭੀਮ ਰਾਓ ਅੰਬੇਦਕਰ ਜੀ ਨੇ, ਮਾਨਯੋਗ ਜੀ ਨੇ ਬਣਾਈ ਹੈ ਇਹ, ਕਿ ਕਿਸ ਤਰ੍ਹਾਂ ਸਰਕਾਰਾਂ ਕੰਮ ਕਰਦੀਆਂ ਨੇ। ਉਹਨਾਂ ਨੂੰ ਨਕੇਲ ਪਾਉਣ ਲਈ ਜੇਕਰ ਉਹ ਗਲਤ ਰਸਤੇ ਤੇ ਚੱਲਣ, ਜੇਕਰ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣਾ ਤਾਂ ਵਿਰੋਧੀ ਧਿਰ ਵੀ ਮਜ਼ਬੂਤ ਹੋਣੀ ਚਾਹੀਦੀ ਹੈ। ਸੋ ਇਹਨਾਂ ਦਾ ਅਧਿਕਾਰ ਹੈ, ਆਵਾਜ਼ ਚੁੱਕਣਾ ਇਹਨਾਂ ਦਾ ਵੀ ਅਧਿਕਾਰ ਹੈ। ਲੇਕਿਨ ਕਿਤੇ ਨਾ ਕਿਤੇ ਆਪਾਂ ਜਿਹੜੀ ਆਹ ਗੱਲ ਕਰਦੇ ਆ ਕਿ ਅਨਐਥੀਕਲ ਹਿਡਨ ਅਲਾਈਅੰਸ, ਉਸ ਚੀਜ਼ ਨੂੰ ਯੂਜ਼ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਤੁਸੀਂ ਚੰਗੇ ਕੰਮ ਲਈ ਯੂਜ਼ ਕਰੋ ਕਿ ਆਪਾਂ ਇੱਕ ਹੋ ਕੇ ਮੌਜੂਦਾ ਸਰਕਾਰ ਗਲਤ ਰਸਤੇ ਤੇ ਚੱਲ ਰਹੀ ਹੈ, ਪੰਜਾਬ ਨੂੰ ਉਜਾੜ ਰਹੀ ਹੈ, ਉਸ ਵੱਲ ਨੂੰ ਯੂਜ਼ ਕਰੀਏ। ਫਿਰ ਅਨਐਥੀਕਲ ਹਿਡਨ ਅਲਾਈਅੰਸ ਲੋਕ ਲੀਡਰ ਡੈਮੋਕ੍ਰੇਸੀ ਕਹਿਣਾ ਭੁੱਲ ਜਾਏਗੀ, ਲੇਕਿਨ ਇਹਨੂੰ ਯੂਜ਼ ਗਲਤ ਤਰੀਕੇ ਨਾਲ ਕੀਤਾ ਜਾਂਦਾ। ਇਹੀ ਮੇਰਾ ਮੰਨਣਾ ਔਰ ਇਹੀ ਮੇਰਾ ਕਹਿਣਾ ਸੀ ਕਿ ਨਾ ਆਪਾਂ ਅਜਿਹਾ ਕੁਝ ਕਰੀਏ। ਜਿਹੜੇ ਵੀ ਲੀਡਰਾਂ ਨੇ ਜਿੰਨੀਆਂ ਵੀ ਜਾਇਦਾਦਾਂ ਬਣਾਈਆਂ, ਉਹ ਮੈਨੂੰ ਵੀ ਪਤਾ, ਉਹ ਅਕਾਲੀ ਦਲ ਨੂੰ ਵੀ ਪਤਾ, ਉਹ ਕਾਂਗਰਸ ਨੂੰ ਵੀ ਪਤਾ ਔਰ ਭਾਜਪਾ ਨੂੰ ਵੀ ਪਤਾ ਸਾਰਿਆਂ ਨੂੰ ਹੈ। ਲੇਕਿਨ ਕਾਰਵਾਈ ਮਾਨ ਸਰਕਾਰ ਦਾ, ਮੈਂ ਤੁਹਾਨੂੰ ਇਹ ਵਾਅਦਾ ਜ਼ਰੂਰ ਕਰਕੇ ਜਾਣਾ, ਕਾਰਵਾਈ ਹਰ ਇੱਕ ਤੇ ਸੰਭਵ ਹੈ। ਕੋਈ ਵੀ ਵੈਂਡੇਟੇ ਦੀ ਪੋਲਿਟਿਕਸ ਨਾ ਹੋਈ ਹੈ ਨਾ ਹੋਣੀ ਹੈ। ਜਿਹੜੀ ਭਾਜਪਾ ਜੋ ਕੁਝ ਅੱਜ ਕਰ ਰਹੀ ਹੈ, ਇਹ ਜਿਹੜੇ 4 ਮੰਤਰੀ ਕਾਂਗਰਸ ਦੇ ਗਏ ਨੇ, ਇਹਦੇ 'ਚ ਵੀ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਵੀ ਕਿਉਂ ਗਏ ਨੇ, ਕਾਹਦੇ ਲਈ ਗਏ ਨੇ। ਜਾਂਚ ਨਹੀਂ ਰੁਕਣੀ। ਠੀਕ ਹੈ। ਜਾਂਦੇ ਜਾਂਦੇ ਸਵਾਲ ਲੈ ਲੈਂਦੇ ਆ। ਸੁਰਿੰਦਰ ਕਮਲ ਜੀ, ਜਾਂਦੇ ਸਿਰਫ ਮੈਚ 1 ਮਿੰਟ ਬਚਿਆ, 1 ਮਿੰਟ ਦੇ ਵਿੱਚ ਗੱਲ ਪੂਰੀ ਕਰ ਦਿਓ। ਆਰੋਪ ਵੀ ਲਗਾ ਦਿੱਤੇ ਗਏ ਨੇ, ਅਨਮਿਊਟ ਹੋ ਜਾਓ। ਜੇ ਤੁਸੀਂ ਮਿਊਟ ਕੀਤਾ ਹੋਇਆ ਅਨਮਿਊਟ ਕਰ ਲਓ, ਆਵਾਜ਼ ਨਹੀਂ ਤੁਹਾਡੀ ਆ ਰਹੀ ਜੀ। ਕਮਲ ਆ ਰਹੀ ਆਵਾਜ਼ ਜੀ।
ਪਹਿਲੀ ਗੱਲ ਤਾਂ ਇਹ ਆ ਕਿ ਮੈਂ ਰਮਨ ਚੰਦ ਜੀ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਜਿਹੜੇ ਜਾਂਚ ਦੇ ਵਿਸ਼ੇ ਨੇ ਜਾਂ ਕਰਪਸ਼ਨ ਦਾ ਵਿਸ਼ਾ ਵਾ ਦੈਟ ਇਜ਼ ਦਾ ਵਨ ਪਾਰਟ ਆਫ ਦਾ ਗਵਰਨੈਂਸ। ਠੀਕ ਹੈ, ਉਹ ਚੱਲਣੀ ਚਾਹੀਦੀ ਆ ਔਰ ਉਹ ਚੱਲਦੀ ਰਹਿਣੀ ਚਾਹੀਦੀ ਆ, ਕਿਉਂਕਿ ਉਹਦੇ ਨਾਲ ਸ਼ਿਕੰਜਾ ਕੱਸਿਆ ਜਾਊਗਾ ਜਿਹਦੇ ਨਾਲ ਹਰ ਕੋਈ ਡੈਮੋਕ੍ਰੇਸੀ ਦੇ ਵਿੱਚ ਗਲਤ ਕਰਨ ਵਾਲੇ ਦੇ ਉੱਤੇ ਜਿਹੜਾ ਇੱਕ ਰੋਕ ਲੱਗੂਗੀ। ਲੇਕਿਨ ਅਸੀਂ ਪੂਰੇ ਦੇ ਪੂਰੇ ਇਨਫਰਾਸਟ੍ਰਕਚਰ ਨੂੰ, ਪੂਰੀ ਦੀ ਪੂਰੀ ਡੈਮੋਕ੍ਰੇਸੀ ਨੂੰ, ਪੂਰੇ ਦੇ ਪੂਰੇ ਰਾਜਤੰਤਰ ਨੂੰ ਅਸੀਂ ਇਕੱਲੇ ਇਸ ਦੇ ਉੱਤੇ ਥੋੜੀ ਚੁੱਕ ਸਕਦੇ ਆ। ਬਾਕੀ ਵੀ ਤਾਂ ਸਾਰੇ ਸੈਗਮੈਂਟ ਪਏ ਨੇ ਨਾ ਕੰਮ ਕਰਨ ਵਾਲੇ, ਪਰ ਜੇ ਅਸੀਂ ਹੁਣ ਇੱਕੋ ਹੀ ਗੱਲ ਨੂੰ ਲੈ ਕੇ ਚੱਲੀਏ ਕਿ ਅਸੀਂ ਭ੍ਰਸ਼ਟਾਚਾਰ ਖਤਮ ਕਰਤਾ, ਅਸੀਂ ਭ੍ਰਸ਼ਟਾਚਾਰ ਖਤਮ ਕਰਤਾ, ਕਰੋ, ਜ਼ਰੂਰੀ ਹੈ ਡੈਮੋਕ੍ਰੇਸੀ ਦੇ ਲਈ ਭ੍ਰਸ਼ਟਾਚਾਰ ਖਤਮ ਹੋਣਾ, ਲੇਕਿਨ ਉਹਦੇ ਲਈ ਬਾਕੀ ਕੰਮ ਕਰਨੇ ਵੀ, ਬਾਕੀ ਲੈਵਲਸ ਨੂੰ ਵੀ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਕੱਲਾ ਇੱਕੋ ਹੀ ਮੁੱਦਾ ਨਹੀਂ ਪੰਜਾਬ ਦੇ ਵਿੱਚ ਬਚਿਆ। ਪੰਜਾਬ ਦੀ ਐਜੂਕੇਸ਼ਨ ਦਾ ਮੁੱਦਾ ਵਾ, ਪੰਜਾਬ ਦੀ ਹੈਲਥ ਦਾ ਮੁੱਦਾ ਵਾ। ਤੁਸੀਂ ਦੇਖੋ ਅਜੇ ਨਸ਼ੇ ਦੀ ਜਿਹੜੀ ਗੱਲ ਸੀਗੀ, ਜਾਂ ਫੂਡ ਸਿਕਿਉਰਿਟੀ ਜਿਹੜੀ ਹੈਲਥ ਨੂੰ ਪ੍ਰਭਾਵਿਤ ਕਰਦੀ ਆ, এনवायरमेंट ਜਿਹੜਾ ਹੈਲਥ ਨੂੰ ਪ੍ਰਭਾਵਿਤ ਕਰਦਾ ਵਾ, ਫਿਰ ਸਾਡੇ ਵਾਟਰ, ਫਿਰ ਸਾਡਾ ਸਾਰਾ ਕੁਝ ਜਿਹੜਾ ਵਾ ਉਹ ਬਹੁਤ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਕੋਰਿਲੇਟ ਕਰਦੀਆਂ ਨੇ। ਕੱਲਾ ਜਿਹੜਾ ਵਾ ਉਹ ਇੱਕ ਮੰਤਰੀ ਕਾਂ ਬਣਾ ਕੇ ਟੰਗ ਦੇਣਾ ਤੇ ਉਹਨੂੰ ਹੀ ਹਮੇਸ਼ਾ ਪ੍ਰਚਾਰੀ ਜਾਣਾ ਤੇ ਉਹਨੂੰ ਹੀ ਬਾਕੀ ਰਾਜਾਂ ਦੇ ਵਿੱਚ ਪੰਜਾਬ ਦੇ ਪੈਸੇ ਨੂੰ ਲੈ ਕੇ ਵੱਡੀਆਂ ਵੱਡੀਆਂ ਐਡਵਰਟਾਈਜ਼ਮੈਂਟ ਦਿੱਤੀਆਂ ਜਾਣੀਆਂ। ਜਿਵੇਂ ਦਿੱਲੀ ਸਰਕਾਰ ਦੇ ਵਿੱਚ ਕੰਮ ਹੋਇਆ ਤੇ ਜਿਹੜੀ ਐਡਵਰਟਾਈਜ਼ਮੈਂਟ ਸੀਗੀ ਉਹ ਇੰਨੀ ਜ਼ਿਆਦਾ ਦੇ ਦਿੱਤੀ, ਕੰਮ 1 ਰੁਪਏ ਦਾ ਤੇ ਐਡਵਰਟਾਈਜ਼ ਜਿਹੜੀ ਆ ਉਹਦੇ ਉੱਤੇ 1 ਕਰੋੜ ਰੁਪਏ ਦੀ। ਸੋ ਸਾਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਵੀ ਬਾਜ਼ ਆਉਣਾ ਚਾਹੀਦਾ ਵਾ, ਕਿਉਂਕਿ ਜੇ ਲੋਕ ਇਸ ਸਮੇਂ ਸਾਰਾ ਕੁਝ ਵੇਖ ਰਹੇ, ਤੁਸੀਂ ਕਹਿੰਦੇ ਆ ਕਿ ਸੈਂਟਰ ਨੇ, ਤੁਸੀਂ ਦੱਸੋ ਹੁਣ ਤੱਕ ਕੀ ਕੀਤਾ, ਤੁਸੀਂ ਇਹ ਦੱਸੋ ਕਿ ਸੈਂਟਰ ਦੀ ਮਦਦ ਤੋਂ ਬਿਨਾਂ ਤੁਸੀਂ ਕਰ ਵੀ ਕੀ ਪਾਏ ਹੋ। ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਪੁਆਇੰਟ। ਸੈਂਟਰ ਦੀ ਮਦਦ ਤੋਂ ਬਿਨਾਂ ਜਿਹੜੇ ਰਾਜ ਨੇ ਇਸ ਫੈਡਰਲ ਢਾਂਚੇ ਦੇ ਵਿੱਚ ਕਰ ਵੀ ਕੀ ਪਾਉਣਗੇ। ਬਾਰ-ਬਾਰ ਲੋਕਾਂ ਨੂੰ ਮਿਸਗਾਈਡ ਨਾ ਕਰੋ, ਕਿਉਂਕਿ ਹਜੇ ਜਿਹੜਾ ਬਿਲਕੁਲ ਤੁਸੀਂ ਜਿਹੜਾ 1-1000 ਰੁਪਇਆ ਔਰਤਾਂ ਨੂੰ ਕਿਹਾ ਸੀ, ਉਹ ਤਾਂ ਹਜੇ ਤੁਸੀਂ ਕਿਹਾ ਵੀ ਜਦੋਂ ਕਿਤੇ ਅਸੀਂ ਕੈਪੇਬਲ ਹੋਵਾਂਗੇ ਦਵਾਂਗੇ, ਲੇਕਿਨ ਮੋਦੀ ਗਵਰਨਮੈਂਟ ਜੀ ਸੁਰਿੰਦਰ ਕਮਲ ਜੀ ਗੱਲ ਕੰਪਲੀਟ ਕਰੋ ਜੀ। ਉਹ ਮਤਲਬ ਥੀਸ ਆਰ ਦਾ ਮਤਲਬ ਇਹ ਸਾਰੀਆਂ ਉਹ ਇੰਪੋਰਟੈਂਟ ਚੀਜ਼ਾਂ ਨੇ ਕਿ ਕੱਲਾ ਇਹੀ ਨਹੀਂ ਆ ਕਿ ਤੁਸੀਂ ਪੰਜਾਬ ਦੇ ਵਿੱਚੋਂ ਲੈ ਕੇ ਤੁਸੀਂ ਅਗਲੇ ਰਾਜਾਂ 'ਚ ਵਧਣਾ ਵਾ, ਦੈਟ ਇਜ਼ ਅ ਗੁੱਡ ਸਾਈਨ, ਚੰਗੀ ਕਵਾਇਦ ਆ, ਵਧੋ ਅੱਗੇ, ਲੇਕਿਨ ਉਹ ਕੰਮ ਨਾ ਕਰੋ ਜਿਹੜੀ ਝੂਠ ਦੀ ਵਿਸਾਤ ਤੇ ਵਿਸ਼ੀ ਹੋਈ ਪੋਲਿਟਿਕਸ ਆ। ਜੀ ਸੁਰਿੰਦਰ ਕਮਲ ਜੀ ਬਹੁਤ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਰੋਕਣਾ ਚਾਹਾਂਗਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਰੇ ਜੋ ਪੈਨਲਿਸਟ ਸੀ ਸਭ ਦਾ ਬਹੁਤ ਬਹੁਤ ਧੰਨਵਾਦ। ਗੁੰਜਲ ਸਹਿਗਲ ਜੀ, ਰਮਨ ਚਾਂਦੀ, ਨਰਿੰਦਰ ਕੌਰ, ਜਸਵਿੰਦਰ ਸੇਖੋਂ, ਸੁਰਿੰਦਰ ਕਮਲ ਤੇ ਪ੍ਰਭਜੋਤ ਧਾਲੀਵਾਲ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਵਾਗਤ ਵੀ ਸੀਗਾ ਤੁਹਾਡਾ। ਤੇ ਇਸੇ ਤਰ੍ਹਾਂ ਹੀ ਆਪਾਂ ਦੁਬਾਰਾ ਵੀ ਜੁੜਾਂਗੇ, ਦੁਬਾਰਾ ਗੱਲਬਾਤ ਕਰਾਂਗੇ ਅੱਜ ਦੇ ਮੁੱਦੇ ਨੂੰ ਲੈ ਕੇ। ਜਿਸ ਤਰ੍ਹਾਂ ਰਮਨ ਚਾਂਦੀ ਜੀ ਵੱਲੋਂ ਸਵਾਲਾਂ ਦਾ ਜਵਾਬ ਦਿੱਤਾ ਗਿਆ, ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਇੱਕ ਕਾਂ ਮਾਰ ਕੇ ਟੰਗਾਂਗੇ, ਹੋਰ ਵੀ ਛੱਡਾਂਗੇ ਨਹੀਂ, ਬਖਸ਼ਾਂਗੇ ਕਿਸੇ ਨੂੰ ਵੀ ਨਹੀਂ, ਬਣਦੀ ਕਾਰਵਾਈ, ਕਾਨੂੰਨੀ ਕਾਰਵਾਈ ਹਰ ਇੱਕ ਤੇ ਕੀਤੀ ਜਾਵੇਗੀ। ਪਰੰਤੂ ਪੰਜਾਬ ਦੀ ਸਿਹਤ ਸਭਾਵਾਂ ਤੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠਦੇ ਨੇ। ਕਾਰਨ ਸਭ ਤੋਂ ਵੱਡਾ ਇਹ ਹੈ, ਹਰ ਇੱਕ ਪੋਲੀਟੀਕਲ ਪਾਰਟੀ ਆਪੋ ਦੌਰ ਨੂੰ ਆਪਣੀ ਵੋਟ ਰਾਜਨੀਤੀ ਨੂੰ ਕਰਨ ਦੇ ਲਈ ਸਭ ਕੁਝ ਕਰਦੀ ਹੈ, ਪਰੰਤੂ ਲੋਕਾਂ ਦੀ ਸਿਹਤ ਲਈ ਅੱਜ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕੋਈ ਧਰਨਾ ਨਹੀਂ ਲਗਾਇਆ। ਨਾ ਹੀ ਇਹ ਗੱਲ ਕਹੀ ਗਈ ਕਿ ਜੋ ਡੁਪਲੀਕੇਸੀ ਆ ਰਹੀ ਹੈ, ਜੋ ਖਾਣੇ ਦੇ ਵਿੱਚ ਬਹੁਤ ਕੁਝ ਗੰਦਮੰਦ ਪਰੋਸਿਆ ਜਾ ਰਿਹਾ, ਉਸ ਨੂੰ ਕਿਵੇਂ ਰੋਕਿਆ ਜਾਵੇ। ਕੋਈ ਪਾਲਿਸੀਜ਼ ਇਸ ਤੇ ਕੋਈ ਖਾਸ ਸਟਰੋਂਗ ਨਹੀਂ ਰਚਿਆ ਗਿਆ ਕੁਝ ਵੀ। ਹੁਣ ਇਹਨਾਂ ਨੂੰ ਲੈ ਕੇ ਵੀ ਸਵਾਲ ਉੱਠੇ, ਕਿਤੇ ਨਾ ਕਿਤੇ ਸੱਤਾ ਧਿਰ ਇਸ ਨੂੰ ਮੰਨਦੀ ਵੀ ਨਜ਼ਰ ਆਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਬਿਲਕੁਲ ਸਹੀ ਤੇ ਦਰੁਸਤ ਹੋਣ ਦੀ ਵੀ ਕੁਆਇਤ ਆਖੀ ਗਈ। ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਸਿਹਤ ਸੇਵਾਵਾਂ ਨੂੰ ਲੈ ਕੇ ਕੀ ਕੁਝ ਕਰਦੀ ਹੈ। ਹਾਲਾਂਕਿ ਦਿੱਲੀ ਦੇ ਦਿੱਲੀ ਮਾਡਲ, ਸਿਹਤ ਮਾਡਲ ਨੂੰ ਲੈ ਕੇ ਤਾਂ ਪੰਜਾਬ ਦੇ ਵਿੱਚ ਆਏ ਸੀ, ਤੁਰੇ ਸੀ, ਜਿੱਤੇ ਸੀ। 92 ਵਿਧਾਇਕ ਪੰਜਾਬ ਦੇ ਲੋਕਾਂ ਨੇ ਜਿਤਾਏ ਨੇ, ਪਰੰਤੂ 92 ਵਿਧਾਇਕਾਂ ਵਿੱਚੋਂ ਇੱਕ ਤਾਂ ਕਿਤੇ ਨਾ ਕਿਤੇ ਖੋਟਾ ਨਿਕਲ ਗਿਆ। ਹੁਣ 91 ਨੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਪੰਜਾਬ ਨੂੰ ਸਿਹਰਤਾ ਦੇ ਨਾਲ ਵੇਖਿਆ ਜਾਂਦਾ। ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।